स्टेट लाइन ट्रक एंड ट्रेलर वर्जीनिया स्टेट लाइन ते लैके आए ने ट्रक एंड ट्रेलर रिपेयर शॉप इंटरस्टेट 81 दे एग्जिट 323 ऑपोजिट फ्लाइंग जे ट्रक शॉप जिथे ट्रकों की हर तरह की तसल्ली बख्श मुरम्मत की जाती है। इस दे नाल ही पार्किंग ते ऑफिस स्पेस भी है उपलब्ध। पूरी रात हफ्तावार या महीनावार पार्किंग अते ट्रक रिपेयर लई जरूर आओ। वधेरे जानकारी लई संपर्क करो 6812600050। क्षमादान रेडियो पंजाब टुडे सुनने वाले तमाम ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸਵਰਨ ਸਿੰਘ ਦਾਨੇਵਾਲੀਆ ਤੇ ਬਖਤੌਰ ਸਿੰਘ ਢਿੱਲੋਂ ਜਸਵੀਰ ਸਿੰਘ ਪੱਟੀ ਤੇ ਸਾਡੇ ਸਮੂਹ ਸਟਾਫ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖੁਸ਼ਾਮਦੀਦ। ਅੱਜ ਦਿਨ ਹੈ ਜੀ ਮੰਗਲਵਾਰ, ਤਰੀਕ ਹੈ 30 ਅਗਸਤ, ਸਮਾਂ ਸ਼ਾਮ ਦੇ 6:30 ਦਾ। ਸੋ ਇਸ ਵਕਤ ਤੁਸੀਂ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਜੁੜੇ ਹੋਏ ਹੋ। ਸੋ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਪਿੰਡ ਭੈਣੀ ਵੜਿੰਗਾ, ਜ਼ਿਲ੍ਹਾ ਲੁਧਿਆਣਾ ਦੇ ਸਾਡੇ ਲਿਸਨਰਸ ਵੱਲੋਂ। ਸੁਖਵਿੰਦਰ ਸਿੰਘ ਸੰਧੂ ਹੋਰਾਂ ਵੱਲੋਂ ਨਿਊਯਾਰਕ ਤੋਂ। ਸੋ ਇਸ ਪ੍ਰੋਗਰਾਮ ਦੇ ਵਿੱਚ ਇੱਕ ਖਾਸ ਤੁਹਾਨੂੰ ਪਹਿਲਾਂ ਸੂਚਨਾ ਦੇ ਦਈਏ, ਫਿਰ ਆਪਾਂ ਅੱਗੇ ਕੁਝ ਵਪਾਰਕ ਸੰਦੇਸ਼ ਵੀ ਲਵਾਂਗੇ। 10 ਸਤੰਬਰ ਨੂੰ ਸਮੋਕੀ ਪਾਰਕ ਨਿਊਯਾਰਕ ਦੇ ਵਿੱਚ ਰਿਚਮੰਡ ਦੇ ਵਿੱਚ ਕਬੱਡੀ ਦਾ ਟੂਰਨਾਮੈਂਟ ਹੋ ਰਿਹਾ। ਸੋ ਹੁਮ ਹੁਮਾ ਕੇ ਪਹੁੰਚਣਾ। ਮਾਲਵਾ ਬ੍ਰਦਰਸ ਵੱਲੋਂ ਇਹ ਟੂਰਨਾਮੈਂਟ ਸਪੋਂਸਰ ਕੀਤਾ ਗਿਆ ਜੀ। ਗੁਰਦੁਆਰਾ ਸਿੱਖ ਸਾਧ ਸੰਗਤ 45 ਹਿਲਟਨ ਸਟਰੀਟ ਐਸਟਨ PA ਦੇ ਵਿੱਚ ਸੈਚਰਡੇ 9 ਸਤੰਬਰ ਨੂੰ 10 AM to 2 PM 5ਵਾਂ ਮਹਾਨ ਗੁਰਮਤ ਸੰਗੀਤ ਸੰਮੇਲਨ ਕਰਵਾਇਆ ਜਾ ਰਿਹਾ ਜੀ। ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਭਗਤਾਂ ਦੀ ਬਾਣੀ ਦਾ ਕੀਰਤਨ ਜਿਹੜਾ ਹੈ ਕੀਤਾ ਜਾਏਗਾ। ਸੋ ਤੁਸੀਂ ਹੁਮ ਹੁਮਾ ਕੇ ਪਹੁੰਚਣਾ ਜੀ, ਦਰਸ਼ਨ ਦੇਣਾ। ਕਮੇਟੀ ਵੱਲੋਂ ਤੁਹਾਡਾ ਸਵਾਗਤ ਕੀਤਾ ਜਾਏਗਾ। ਸੋ ਕੁਛ ਵਪਾਰਕ ਸੁਨੇਹੇ ਲੈ ਲਈਏ ਤੇ ਫਿਰ ਆਪਾਂ ਅੱਗੇ ਚੱਲਦੇ ਹਾਂ। ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ। कुंदन सेट, जड़ाऊ सेट, पोलकी सेट, हीरे वाले सेट, लाइट वेट सेट लैन देन नू कड़े, चूड़ियां, नगा वालियां मुंदरियां, झुमके वालियां। हाय मैं कित्थे जावांगी? ओ जी तुसी सीधा एसी ज्वेलर जाओ जिन्हां कोल ने 22 कैरेट गोल्ड दे गहणे दी लेटेस्ट ते लार्ज वैरायटी औरतां मर्दां ते बच्चियां लई। एसी ज्वेलर्स तो तुसी सिल्वर डायमंड ज्वेलरी भी ले सकदे हो। एसी ज्वेलर ते हर हफ्ते नवी शिपमेंट आउंदी है। तुहाडे साइज ते तुहाडे पसंद दे गहणे 2 हफ्तियां विच तैयार करवा के दिंदे ने। एसी ज्वेलर तो तुसी रिपेयर भी करवा सकदे हो। 24 कैरेट ते गोल्ड बिस्किट खरीद ਅਤੇ ਵੇਚ ਵੀ ਸਕਦੇ ਹੋ। 25416 104th एवेन्यू साउथ ईस्ट कैंट। कॉल 253 656 2668 यानी 253 656 2666। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360 652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੌਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲੌਸਟ ਹਿਲਸ। ਫੋਨ ਨੰਬਰ 661 797 2354। USA ਦੀ ਵਨ ਆਫ ਦ ਬਿਗੇਸਟ ਕਾਰ ਡੀਲਰਸ਼ਿਪ ਜੋ ਬੈਥਲਮ PH ਹੈ, ਇੱਥੇ ਤੁਹਾਨੂੰ ਆਪਣੀ ਮਨਪਸੰਦ ਕਨਵਰਟੇਬਲ SUV ਜਾਂ ਫਿਰ ਟਰੱਕ ਰੈਡੀ ਸਟਾਕ ਮਿਲਦਾ ਹੈ। ਇਹ ਤੁਹਾਨੂੰ ਤੁਹਾਡੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਕਾਰ ਚੂਜ਼ ਕਰਨ 'ਚ ਮਦਦ ਕਰਦੇ ਨੇ। ਤੁਸੀਂ ਕਾਲ ਕਰ ਸਕਦੇ ਹੋ ਦਿਲਬਾਗ ਜਿੰਮੀ ਨੂੰ 6105704200 ਜਾਂ 4848988100 ਤੇ, ਜਾਂ ਇਹਨਾਂ ਦੇ ਬਿਜ਼ਨਸ ਸਟਾਰ ਆਟੋ ਮਾਲ 3439 ਬਾਥ ਪਾਈਕ ਬੈਥਲਮ PA ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਬੈਡ ਕ੍ਰੈਡਿਟ ਨੋ ਪ੍ਰੋਬਲਮ। ट्रकिंग वाले वीरो ध्यान नाल सुनो। ट्रक जिद्दां दा भी चलाउने हो, मैनुअल या ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोल दिया, एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी। एग्जिट 579 फ्रॉम हाईवे 401 इन नापनी। क्विक ट्रक ल्यूब, द वन स्टॉप शॉप। 5196220660 या quicktrucklube.com। QTL because we care। स्टेट लाइन ट्रक एंड ट्रेलर वर्जीनिया स्टेट लाइन ते लैके आए ने
ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ ਇੰਟਰਸਟੇਟ 81 ਦੇ ਐਗਜ਼ਿਟ 323 ਆਪੋਜ਼ਿਟ ਫਲਾਈਂਗ ਜੇ ਟਰੱਕ ਸ਼ਾਪ, ਜਿੱਥੇ ਟਰੱਕਾਂ ਦੀ ਹਰ ਤਰ੍ਹਾਂ ਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪਾਰਕਿੰਗ ਤੇ ਆਫਿਸ ਸਪੇਸ ਵੀ ਹੈ ਉਪਲਬਧ। ਪੂਰੀ ਰਾਤ ਹਫਤਾਵਾਰ ਜਾਂ ਮਹੀਨਾਵਾਰ ਪਾਰਕਿੰਗ ਅਤੇ ਟਰੱਕ ਰਿਪੇਅਰ ਲਈ ਜ਼ਰੂਰ ਆਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6812600050। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇਸ ਵਕਤ ਆਪਾਂ ਸਿੱਧਾ ਅੰਮ੍ਰਿਤਸਰ ਦਾ ਰੁਖ ਕਰਦੇ ਹਾਂ, ਜਿੱਥੋਂ ਸਰਦਾਰ ਜਸਵੀਰ ਸਿੰਘ ਪੱਟੀ ਹੋਰੀ ਮੇਰੇ ਨਾਲ ਜੁੜ ਗਏ ਨੇ। ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਪੱਟੀ ਸਾਹਿਬ, ਵੈਸੇ ਕਹਿੰਦੇ ਅੱਜ ਸੁਖਬੀਰ ਸਿੰਘ ਬਾਦਲ ਨੂੰ SIT ਨੇ ਪੇਸ਼ ਹੋਣ ਲਈ ਕਿਹਾ ਸੀ ਕਿ ਖਬਰਾਂ ਆ ਰਹੀਆਂ ਨੇ ਸੁਖਬੀਰ ਸਿੰਘ ਬਾਦਲ ਕਹਿੰਦਾ ਇਹੋ ਜਿਹੇ ਤਾਂ ਸੰਮਣ ਆਉਂਦੇ ਹੀ ਰਹਿੰਦੇ ਹੈ, ਤੇ ਪਰ ਇਹ ਸੰਮਣ ਮੈਨੂੰ ਆਇਆ ਨਹੀਂ। ਤੇ ਨਾਲੇ ਕਹਿੰਦੇ ਜੀ SDM ਨੇ ਤਾਂ ਲਿਖ ਕੇ ਪਹਿਲਾਂ ਹੀ ਦੇ ਦਿੱਤਾ ਹੈ ਕਿ ਗੋਲੀ ਤਾਂ ਮੇਰੇ ਹੁਕਮਾਂ ਤੇ ਚੱਲੀ, ਫਿਰ ਮੈਨੂੰ ਪੁੱਛ ਪੜਤਾਲ ਕਿਉਂ ਕਰਦੇ ਆ? ਜਿੱਥੋਂ ਤੱਕ ਸਰਦਾਰ ਸੁਖਬੀਰ ਸਿੰਘ ਦੀ ਗੱਲ ਆ ਕਿ ਉਹ ਇੱਕ ਪੋਲੀਟੀਕਲ ਬੰਦੇ ਆ, ਸਰਕਾਰ ਦੇ ਵਿੱਚ ਉਹ ਬਕਾਇਦਾ ਤੌਰ ਤੇ ਇੱਕ ਜਿਹੜੇ ਕਾਨੂੰਨੀ ਉਹਦੇ ਸੰਵਿਧਾਨਕ ਉਹਦੇ ਤੇ ਰਹੇ ਨੇ ਜੀ, ਉਹਨਾਂ ਨੂੰ ਇਹ ਗੱਲਾਂ ਨਹੀਂ ਕਰਨੀ ਚਾਹੀਦੀ। ਜਦੋਂ ਤੁਸੀਂ ਆਪ ਸੰਵਿਧਾਨਕ ਅਹੁਦੇ ਤੇ ਰਹੇ ਹੋ, ਅਕਾਲੀ ਦਲ ਦੇ ਪ੍ਰਧਾਨ, ਜੇ ਤੁਹਾਨੂੰ ਬੁਲਾਇਆ ਗਿਆ ਤੇ ਜਾ ਕੇ ਆਪਣਾ ਪੱਖ ਪੇਸ਼ ਕਰੋ। ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜਦੋਂ ਪੁੱਛਣ ਵਾਸਤੇ ਕਰ ਰਹੇ ਸੀ, ਉਹਨਾਂ ਦੇ ਉਮਰ ਦੇ ਤਗਾਜੇ ਕਰਕੇ ਉਹਨਾਂ ਤੇ ਇਹ ਨਹੀਂ ਕਿਹਾ ਮੈਂ ਨਹੀਂ ਗੱਲ ਕਰਦਾ, ਉਹਨਾਂ ਕਹਿੰਦੇ ਪੁੱਛੋ ਕਿ ਪੁੱਛਦੇ ਤੁਸੀਂ। ਹੁਣ ਤੁਹਾਡੇ ਕੋਲ ਸਾਹਮਣ ਆਏ, 2 ਵਾਰੀ ਸਾਹਮਣ ਆਏ, ਤੁਸੀਂ ਨਹੀਂ ਲਏ ਜੀ, ਤੁਸੀਂ ਇਨਕਾਰ ਕਰਤਾ। ਹੁਣ ਤੁਹਾਨੂੰ 14 ਸਤੰਬਰ ਨੂੰ ਫਿਰ ਸੱਦਿਆ ਉਹਨਾਂ ਨੇ ਜੀ। ਦੂਜੀ ਗੱਲ ਇਹ ਆ ਵੀ ਜਦੋਂ ਅਖਬਾਰਾਂ 'ਚ ਆ ਚੁੱਕਾ ਵਾ, ਤੁਹਾਡੇ ਤੱਕ ਗੱਲ ਪਹੁੰਚ ਚੁੱਕੀ ਆ, ਤੁਹਾਨੂੰ ਪ੍ਰੈਸ ਵਾਲੇ ਪੁੱਛਦੇ ਵੀ ਤੁਸੀਂ ਕਿਉਂ ਸੰਭਲ ਨਹੀਂ ਆਇਆ, ਜਦੋਂ ਤੁਹਾਡੇ ਕੋਈ ਇਨਫੋਰਮੇਸ਼ਨ ਪਹੁੰਚ ਗਈ ਉਹ ਵੀ ਸੰਭਲ ਹੀ ਨੇ, ਉਹਨੂੰ ਵੀ ਤੁਸੀਂ ਦਰਕਨਾਰ ਨਹੀਂ ਕਰ ਸਕਦੇ। ਜਦੋਂ ਬੰਦਾ ਕੋਈ ਝੂਠਾ ਹੁੰਦਾ ਨਾ, ਉਹ ਇਹੋ ਜਿਹੀਆਂ ਗੱਲਾਂ ਕਰਦਾ ਜੀ ਮੈਂ ਨਹੀਂ ਜਾਂਦਾ ਜੀ। ਜਦੋਂ ਸੱਚਾ ਹੁੰਦਾ ਤਾਂ ਆਵਾਜ਼ਦਾ ਜਾ ਕੇ ਇੱਟਾਂ ਨੂੰ ਦੱਸੋ ਜੀ ਕੀ ਪੁੱਛਣਾ ਮੈਨੂੰ, ਮੈਂ ਤੁਹਾਨੂੰ ਜਵਾਬ ਦਿੰਦਾ। ਹੁਣ ਇਹ ਗੱਲ ਕਹਿ ਦੇਣੀ ਵੀ ਉਹਨੇ ਜਿਹੜਾ SDM ਨੇ ਕਹਿ ਦਿੱਤਾ ਵੀ ਮੈਂ ਆਰਡਰ ਦਿੱਤੇ ਸੀ। ਸਰਦਾਰ ਸੁਖਬੀਰ ਸਿੰਘ ਬਾਦਲ ਜੀ, ਤੁਹਾਡੇ ਫਾਦਰ ਸਾਹਿਬ ਮੁੱਖ ਮੰਤਰੀ ਸੀ ਤੇ ਪੂਰਾ ਕੋਨਾ ਵਿਖੇ ਉਹਨਾਂ ਨੇ ਇੱਕ ਸਮਾਗਮ ਵਿੱਚ ਬੋਲਦਿਆਂ ਕਿਹਾ ਸੀ ਮੈਂ ਮੁੱਖ ਮੰਤਰੀ ਹਾਂ, ਮੈਨੂੰ ਪੰਜਾਬ 'ਚ ਕੀੜੀ ਤੁਰੀ ਜਾਂਦੀ ਨਜ਼ਰ ਆਉਂਦੀ ਆ। ਪਰ ਅਫਸੋਸ ਨਾਲ ਕਹਿਣਾ ਪੈ ਰਿਹਾ, ਨਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਬੀੜੀ ਚੋਰੀ ਹੋਈ ਦੱਸੀ, ਨਾ ਤੁਹਾਨੂੰ ਉਹਦੀ ਬੇਅਦਬੀ ਦੱਸੀ, ਨਾ ਤੁਹਾਨੂੰ ਜਿਹੜੇ ਸਾਡੇ ਧਾਰਮਿਕ ਆਗੂ ਸੀ ਉਹ ਵਿਚਾਰੇ ਆਪਣੀ ਪਾਠ ਪੂਜਾ ਕਰਦੇ ਸੀ, ਉਹਨਾਂ ਦੇ ਗੰਦੇ ਪਾਣੀ ਦੇ ਛਿੜਕਾਅ ਕੀਤੇ ਤੇ ਡਾਂਗਾਂ ਨਾਲ ਕੁੱਟਿਆ ਤੇ ਚੁੱਕ ਕੇ ਗੱਡੀਆਂ ਸੁੱਟਿਆ, ਉਹ ਵੀ ਦੱਸੇ। ਬਾਈਬਲ ਕਲਾਂ ਵਾਸਤੇ 2 ਬੰਦੇ ਮਾਰ ਦਿੱਤੇ ਗਏ, ਬਾਕੀ ਕਈ ਫੱਟੜ ਕਰ ਤੁਹਾਨੂੰ ਉਹ ਵੀ ਨਹੀਂ ਦੱਸੇ, ਕੋਰਪੋਰੇਟ ਕੋਲ ਉਹ ਵੀ ਨਹੀਂ ਦੱਸੇ। ਜੇ ਕੀੜੀ ਦੇਖਦੀ ਅਸੀਂ ਕਿਹੜੇ ਬਿਆਨ ਨੂੰ ਸੱਚ ਮੰਨੀਏ ਜੀ, ਇਹਨੂੰ ਸੱਚ ਮੰਨੀਏ ਕਿ ਉਹਨੂੰ ਸੱਚ ਮੰਨੀਏ? ਕੈਪਟਨ ਅਮਰਿੰਦਰ ਸਿੰਘ ਨੇ ਕੀ ਕਿਹਾ ਸੀ ਜੀ? ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਵੀ ਮੈਂ ਮੁੱਖ ਮੰਤਰੀ ਪੰਜਾਬ ਦਾ ਵਾ, ਮੇਰੇ ਪੁੱਛਿਆ ਤੋਂ ਬਗੈਰ ਤੁਸੀਂ ਕਹੋ ਨਾ ਵੀ ਜੇ ਕਿਸੇ ਨੂੰ ਗੋਲੀ ਚੋਂ ਬੜੀ ਦੂਰ ਦੀ ਚਪੇੜ ਵੀ ਨਹੀਂ ਮਾਰ ਸਕਦੀ ਪੁਲਿਸ ਜੀ। ਇਸ ਕਰਕੇ ਤੁਸੀਂ ਮੱਤ ਇੰਨੀ ਗੱਲ ਕਹੋ ਵੀ ਤੁਹਾਨੂੰ ਪਤਾ ਨਹੀਂ, ਇਹ ਸਭ ਕੁਝ ਸਰਕਾਰ ਦੀਆਂ ਇਸ਼ਾਰੇ ਤੇ ਹੁੰਦਾ, ਸਰਕਾਰ ਦੇ ਕਹਿਣ ਤੇ ਹੁੰਦਾ ਵਾ। ਉਹਨਾਂ ਕੋਲ ਸਬੂਤ ਨੇ, ਜਿਹੜੀ ਤੁਸੀਂ 54-55 ਮਿੰਟ ਗੱਲ ਕੀਤੀ ਹੈ, ਬਾਰ-ਬਾਰ ਫੋਨ ਕੀਤੇ ਨੇ ਤੁਹਾਨੂੰ, ਉਹਦੇ ਨੇ ਕਿ ਤੁਹਾਨੂੰ ਜਵਾਬ ਦੇ ਦਿੱਤਾ, ਤੁਸੀਂ ਜਾ ਕੇ ਉੱਥੇ ਕੀ ਫਿਰ ਕੋਈ ਨਾ ਉੱਥੇ ਜੀ। ਜੇ SDM ਕੋਈ ਇੰਨੀ ਪਾਵਰ ਸੀ ਕਿ ਉਹਨੇ ਕਹਿਤਾ, ਤੁਹਾਨੂੰ ਪਤਾ ਹੋਏਗਾ SDM ਸ਼ਾਇਦ ਇੱਕ ਕੇਸ ਮੈਨੂੰ ਨਹੀਂ ਯਾਦ, ਇਹ ਯਾਦ ਨਹੀਂ, ਬਾਈਬਲ ਕਲਾ ਕੇਸ ਦੇ ਵਿੱਚ ਕਿ ਕੋਟਪੂਰੇ ਇੱਕ ਜੇ SDM ਲਿਖ ਕੇ ਦੇ ਕੇ ਆਇਆ ਵੀ ਮੈਨੂੰ ਨਹੀਂ, ਮੈਂ ਨਹੀਂ ਕੁਝ ਵੀ ਕਿਹਾ ਜੀ, ਮੇਰੇ ਤੋਂ ਬਾਅਦ ਸਾਈਨ ਕਰਾਏ ਉਹਨਾਂ ਨੇ ਕਿ ਤੂੰ ਕਹਿ ਦੇ ਆ ਗੱਲ ਜੀ। ਇਸ ਕਰਕੇ ਉਹਦੇ ਵੀ ਬਿਆਨ ਕਲਮਬੰਦ ਹੋਏ ਆ। ਇਸ ਕਰਕੇ ਸੁਖਬੀਰ ਜੀ ਜਾ ਕੇ ਪੇਸ਼ ਹੋ ਕੇ ਆਪਣਾ ਪੱਖ ਪੇਸ਼ ਕਰੋ। ਤੁਸੀਂ ਪਹਿਲੇ ਦਿਨ ਕਹਿੰਦੇ ਮੈਨੂੰ ਫੜ ਕੇ ਵਿਖਾਓ, ਤੁਹਾਨੂੰ ਪਤਾ ਹੋਏਗਾ ਕੈਪਟਨ ਅਮਰਿੰਦਰ ਸਿੰਘ ਦਾ ਮੈਨੂੰ ਪਰਚਾ ਦਰਜ ਕਰਕੇ ਵਿਖਾਉਣ, ਮੇਰੇ ਤੇ ਅਗਲੇ ਕਰਤਾ ਨਹੀਂ ਕਰਤਾ ਇਹਨਾਂ। ਹੁਣ ਆਸ਼ੂ ਵੀ ਕਹਿੰਦਾ ਮੈਨੂੰ ਫੜ ਕੇ ਦਿਖਾਓ ਤੇ ਅਗਲੇ ਲੈ ਗਏ, ਫਿਰ ਫੜ ਕੇ ਲੈ ਗਏ, ਫੜ ਕੇ ਬੜੇ ਉਹਨਾਂ ਨੇ ਨਾਜ਼ੁਕੀ ਢੰਗ ਨਾਲ ਫੜਿਆ ਉਹਨੂੰ। ਇਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਇਹ ਬਹਾਨੇਬਾਜ਼ੀਆਂ ਕਰਨ ਦੇ ਬਜਾਏ ਜਾ ਕੇ ਪੇਸ਼ ਹੋ ਕੇ ਸਗੋਂ ਇਹਦਾ ਜਿੰਨੀ ਜਲਦੀ ਵੇ ਨਿਪਟਾਰਾ ਹੋਣਾ ਚਾਹੀਦਾ ਇਸ ਕੇਸ ਦਾ ਜੀ। ਜਿਹੜੀ ਬਾਈਬਲ ਕਲਾਂ ਦੀ ਹੈ ਉਹਦੀ ਤੇ ਇਨਕੁਆਇਰੀ ਪੂਰੀ ਹੋ ਚੁੱਕੀ ਹੈ, ਕੋਰਟ ਦੀ ਰਹਿ ਗਈ ਹੈ, ਥੋੜੀ ਸਖਤੀ ਕੀਤੀ ਹੈ ਬਕਾਇਦਾ ਤੌਰ ਤੇ। ਇਹਨਾਂ ਲਿਖਿਆ ਸੀ ਕਿ ਸਾਨੂੰ ਟਾਈਮ ਹੋਰ ਦਿੱਤਾ ਜਾਵੇ, ਕੋਰਟ ਨੇ ਕਿਹਾ ਬਿਲਕੁਲ ਨਹੀਂ, ਅਗਲੀ ਤਰੀਕ ਤੱਕ ਜਾਂਚ ਕਰਕੇ ਰਿਪੋਰਟ ਪੇਸ਼ ਕਰੋ ਤਾਂ ਕਿ ਜਿਹੜਾ ਸੀ ਫਾਰਮਲੀ ਇਹ ਕੇਸ ਚਲਾਇਆ ਜਾ ਸਕੇ ਜੀ।
ਤੇ ਕਿਸੇ ਸਿੱਟੇ ਤੇ ਜਾ ਸਕਦੇ ਕਿ ਠੀਕ ਹੈ, ਤੁਸੀਂ ਜੇ ਕਿਤੇ ਨਿਰਦੋਸ਼ ਹੋ ਗਏ ਤੇ ਕੋਰਟ ਤੁਹਾਨੂੰ ਜਿਹੜੀ ਨਿਰਦੋਸ਼ ਕਰਾ ਸਕਦੀ, ਕੀ ਫਰਕ ਪੈਂਦਾ ਜੀ? ਜਾਓ, ਕਿਉਂ ਨਹੀਂ ਪੇਸ਼ ਹੁੰਦੇ ਤੁਸੀਂ ਉੱਥੇ? ਜੀ ਬਿਲਕੁਲ ਜੀ, ਜਾਣਾ ਪਏਗਾ ਤੇ ਜਾਵਣ ਦੇ ਨਾਲੇ ਜੇ ਹੋ ਸਕਦਾ ਸ਼ਾਇਦ ਲੋਕਾਂ ਨੂੰ ਐਂ ਹੋ ਜੇ ਵੀ ਭਾਈ ਇਹ ਤਾਂ ਹੁਣ ਤਾਂ ਜਮਾਂ ਹੀ ਸੱਚ ਮੰਨ ਜਾਣਗੇ, ਇਹਨਾਂ ਨੇ ਕਰਾਇਆ, ਜਿਹੜੇ ਪਹਿਲਾਂ ਹੀ ਕਹੀ ਜਾਂਦੇ ਵੀ ਜਿਹੜੇ ਜਾਣ ਕੇ ਨਹੀਂ ਪੇਸ਼ ਹੁੰਦੇ। ਜੀ ਲੋਕਾਂ ਦੀ ਜਿਹੜੀ ਉਹ ਗਲਤ ਮੈਸੇਜ ਆਉਂਦਾ ਜੀ। ਤੇ ਸਾਰੇ ਲਿਸਨਰਸ ਨੂੰ ਇੱਕ ਗੁਜ਼ਾਰਿਸ਼ ਹੈ ਜੀ, ਅੱਜ ਪੱਟੀ ਸਾਹਿਬ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ। ਮੁੱਦਾ ਜੀ ਜਿਹੜੀ ਲਗਾਤਾਰ ਲੜਾਈਆਂ, ਕਿਰਪਾਨਾਂ, ਕੈਨੇਡਾ ਅਸੀਂ ਆਪਦੀ ਜ਼ਿੰਦਗੀ ਬਣਾਉਣ ਗਏ ਹਾਂ। ਪਹਿਲਾਂ ਸਾਡੇ ਜਿਹੜੇ ਉੱਥੇ ਗਏ ਭਰਾ ਉਹ ਨਸ਼ੇ ਪੱਤਿਆਂ ਦੇ ਵਿੱਚ ਪੈ ਗਏ, ਨਸ਼ੇ ਪੱਤੇ ਦੇ ਵਪਾਰ 'ਚ ਪੈ ਗਏ। ਉਹਨੇ ਵੀ ਬਹੁਤ ਵੱਡਾ ਸਾਡੇ ਸਮਾਜ ਦਾ, ਸਾਡੀ ਕੌਮ ਦਾ, ਸਾਡੇ ਪੰਜਾਬੀਆਂ ਦਾ ਨੁਕਸਾਨ ਕੀਤਾ। ਤੇ ਹੁਣ ਲਗਾਤਾਰ ਜਿਹੜੀਆਂ ਲੜਾਈਆਂ, ਕਿਰਪਾਨਾਂ ਚੱਲ ਰਹੀਆਂ ਨੇ, ਹੋਰ ਚੱਲ ਰਿਹਾ, ਸੋ ਬੱਚੇ ਗਏ ਨੇ। ਇਹਨਾਂ ਬੱਚਿਆਂ ਨੂੰ ਕਿਵੇਂ ਕੀਤਾ ਜਾ ਸਕਦਾ, ਕਿਉਂ ਹੁੰਦੀਆਂ ਨੇ, ਕਿਹੜੇ ਨੇ ਜ਼ਿੰਮੇਵਾਰ ਇਹਦੇ ਲਈ? ਇਹਦੇ ਲਈ ਗੱਲਬਾਤ ਆਪਣਾ ਵਿਸ਼ਾ ਜਿਹੜਾ ਤੁਸੀਂ ਆਪਣੇ ਵਿਚਾਰ ਦਿਓਗੇ। 92 164 10666 ਤੇ 98 149 10666। ਅੱਛਾ ਪੱਟੀ ਸਾਹਿਬ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਏ। ਉਹ ਮੈਨੂੰ ਤਾਂ ਐਂ ਲੱਗਿਆ ਵੀ ਪਤਾ ਨਹੀਂ ਕੀ ਹੋ ਗਿਆ। ਕਹਿੰਦੇ ਜੋ ਤਸਵੀਰਾਂ ਆ ਰਹੀਆਂ ਨੇ ਉਹ ਤਾਂ ਬਾਕੀ ਤੁਸੀਂ ਦੱਸੋ ਵੀ ਕਹਿੰਦੇ ਪੁਲਿਸ ਸਾਰੇ ਪੰਜਾਬ ਦੀ ਲਾਤੀ ਸੀ ਤੇ ਹੁਣ ਸ਼੍ਰੋਮਣੀ ਕਮੇਟੀ ਵੀ ਜਿਹੜੀ ਹੈ ਉਹ ਨਾਰਾਜ਼ ਹੋਈ ਬੈਠੀ ਹੈ ਇਸ ਗੱਲ ਤੇ। ਪ੍ਰਧਾਨ ਮੰਤਰੀ ਨੇ ਅਟਲ ਬਿਹਾਰੀ ਵਾਜਪੇਈ ਨੇ ਮੱਥਾ ਟੇਕਣਾ ਸੀ ਜੀ, ਤੇ ਸ਼੍ਰੋਮਣੀ ਕਮੇਟੀ ਦੀ ਹਾਜ਼ਰੀ ਦੇ ਵਿੱਚ ਬਕਾਇਦਾ ਤੌਰ ਤੇ ਵੱਡੀ ਗਿਣਤੀ 'ਚ ਮੁਲਾਜ਼ਮ ਰੱਸੇ ਫੜ ਕੇ ਖਲੋ ਗਏ ਸੀ ਪ੍ਰਕਰਮਾਂ ਦੇ ਵਿੱਚ ਜੀ। ਉਦੋਂ ਤਾਂ ਕਿਸੇ ਨੂੰ ਇਤਰਾਜ਼ ਨਹੀਂ ਹੋਇਆ। ਉਦੋਂ ਜਥੇਦਾਰ ਗੁਰਚਰਨ ਸਿੰਘ ਟੋੜਾ ਪ੍ਰਧਾਨ ਸੀ, ਉਹਨੇ ਇੰਨੀ ਗੱਲ ਕਹੀ ਸੀ, ਇਕਬਾਲ ਸਿੰਘ ਐਸਪੀ ਸਿਟੀ ਹੁੰਦੇ ਸੀ, ਇਹਨਾਂ ਨੇ ਰੱਸੇ ਫੜਾਤੇ ਸੀ ਕਿ ਕੋਈ ਇੰਟਰਫੀਅਰ ਨਾ ਕਰੇ। ਅੱਛਾ ਜੀ। ਤੇ ਜਥੇਦਾਰ ਗੁਰਚਰਨ ਸਿੰਘ ਨੇ ਟੋੜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਾਹਿਬ ਜਿਹੜੀ ਉਹ ਕੰਪਲੈਕਸ ਜਾ ਰਹੇ, ਇੱਥੇ ਜ਼ਿੰਮੇਵਾਰੀ ਸਾਡੀ, ਸਾਡੇ ਕੋਲ ਆਪਣੀ ਟਾਸਕ ਫੋਰਸ ਹੈ ਜੀ, ਸੰਭਾਲ ਲਾਂਗੇ ਸਭ ਕੁਝ ਜੀ। ਤੇ ਉਹਨੇ ਫਿਰ ਰੱਸੇ ਨਹੀਂ ਢਾਏ ਤੇ ਫਿਰ ਉਹਨੂੰ ਕਹਿਣਾ ਪਿਆ ਸੀ। ਜਥੇਦਾਰ ਗੁਰਚਰਨ ਸਿੰਘ ਟੋੜਾ ਨੇ ਕਿਹਾ ਸੀ ਚੰਗਾ ਫਿਰ ਤੁਸੀਂ ਸੰਭਾਲੋ ਤੇ ਮੈਂ ਚੱਲਿਆ। ਫਿਰ ਰੱਸੇ ਇਹਨਾਂ ਪਾਸੇ ਕੀਤੇ ਸੀ ਜੀ। ਜਦੋਂ ਵੀ ਕੋਈ ਵੀਆਈਪੀ ਆਉਂਦਾ ਵੱਡੀ ਗਿਣਤੀ 'ਚ ਫੋਰਸ ਅੰਦਰ ਤਾਇਨਾਤ ਹੁੰਦੀ ਹੈ। ਚਿੱਟੇ ਕੱਪੜਿਆਂ ਦੇ ਵਿੱਚ। ਚਿੱਟ ਕੱਪੜਿਆਂ ਦੇ ਵਿੱਚ ਜਿਹੜੇ ਸਾਡੇ ਇੱਥੇ ਇੱਕ ਗੁਰਿੰਦਰ ਸਿੰਘ ਢਿੱਲੋਂ ਹੁੰਦੇ ਸੀ, ਐਸਪੀ ਹੁੰਦੇ ਸੀ। ਅੱਛਾ ਜੀ। ਇੱਕ ਵਾਰੀ 1900 ਮੈਂ ਕਿਹਾ ਸ਼ਾਇਦ 94 ਦੀ ਗੱਲ ਹੈ ਕਿ 93 ਦੀ ਗੱਲ ਆ, ਸ਼੍ਰੋਮਣੀ ਕਮੇਟੀ ਦੇ ਐਡੀਸ਼ਨਲ ਸਕੱਤਰ ਹੁੰਦੇ ਸੀ ਦਲਮੇਗ ਸਿੰਘ ਜੀ, ਨਾਲ ਪੀਏ ਹੁੰਦੇ ਸੀ ਜਥੇਦਾਰ ਗੁਰਚਰਨ ਸਿੰਘ ਟੋੜਾ ਦੇ। ਉਹਨਾਂ ਨੇ ਉਹਨਾਂ ਨੂੰ ਕਹਿਤਾ ਵੀ ਤੁਸੀਂ ਮੈਨੂੰ ਇਹ ਗੱਲ ਦੱਸੋ ਵੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਪ੍ਰਬੰਧ ਕਿਹਦਾ ਵਾ? ਕਹਿੰਦਾ ਸ਼੍ਰੋਮਣੀ ਕਮੇਟੀ ਦਾ। ਕਹਿੰਦਾ ਵੀ ਤੁਹਾਡੀ ਫੋਰਸ ਤੇ ਕੀ ਕਰਦੀ, ਇਹਨੂੰ ਬਾਹਰ ਲੈ ਕੇ ਚੱਲੋ, ਅਸੀਂ ਆਪੇ ਕਰ ਲਾਂਗੇ ਪ੍ਰਬੰਧ, ਤੁਸੀਂ ਇੱਥੇ ਕਿਉਂ ਆਣਾ ਜੀ ਫਿਰ ਤੁਸੀਂ? ਤੇ ਉਹ ਐਸਪੀ ਨੇ ਉਸੇ ਵੇਲੇ ਚੁਕਵਾ ਕੇ ਉਹਨੂੰ ਹਵਾਲਾ ਸੁੱਟ ਦਿੱਤਾ ਸੀ ਜੀ। ਅੱਛਾ, ਹਵਾਲਾ ਸੁੱਟ ਦਿੱਤਾ ਤੇ ਉਹਨੂੰ ਹਵਾਲਾ 'ਚ ਫਿਰ ਤੁਹਾਨੂੰ ਪਤਾ ਪੁਲਿਸ ਵਾਲੇ ਵਾਕਿਫ ਹੁੰਦੇ ਆ। ਐਸਐਚਓ ਨੇ ਫਿਰ ਕਿਸੇ ਇਹਨਾਂ ਦੇ ਮੁਲਾਜ਼ਮ ਨਾਲ ਮੁਲਾਕਾਤ ਕਰਾਤੀ ਤੇ ਉਹਨੇ ਉਹਨੂੰ ਕਿਹਾ ਵੀ ਤੂੰ ਕਰਤਾਰ ਸਿੰਘ ਟੱਕਰ ਨੂੰ ਫੋਨ ਕਰ ਜੀ। ਉਦੋਂ ਸ਼ਾਇਦ ਰਸ਼ਪਾਲ ਸਿੰਘ ਟੱਕਰ ਸੀ ਮੇਰੇ ਸ਼ਾਇਦ। ਅੱਛਾ ਜੀ। ਉਹਨੂੰ ਫੋਨ ਕਰ ਤੇ ਸਰਦਾਰ ਬਾਦਲ ਇੱਕ ਨੇ ਕਿਹਾ ਸੀਗਾ ਕਰਤਾਰ ਸਿੰਘ ਟੱਕਰ ਬਾਰੇ ਜੀ ਵੀ ਉਹਨਾਂ ਕਿਹਾ ਸੀ ਵੀ ਜਿਹਦੀ ਸਰਕਾਰ ਉਹਦੇ ਨਾਲ ਕਰਤਾਰ ਵੀ ਕਰਤਾਰ ਸਿੰਘ ਟੱਕਰ ਇਹ ਵੀ ਜਿਹਦੀ ਸਰਕਾਰ ਉਹਦੇ ਨਾਲ ਹੀ ਹੁੰਦਾ। ਅੱਛਾ ਜੀ। ਤੇ ਇਹਨੇ ਉਹਨੂੰ ਫੋਨ ਕੀਤਾ ਸੀ ਤੇ ਉਹਨੇ ਫਿਰ ਸਰਦਾਰ ਬਿਆਨ ਸਿੰਘ ਮੁੱਖ ਮੰਤਰੀ ਨੂੰ ਫੋਨ ਕੀਤਾ ਸੀ ਵੀ ਤੁਸੀਂ ਟੋੜੇ ਦਾ ਪੀਏ ਫੜ ਕੇ ਅੰਦਰ ਕਰ ਦਿੱਤਾ ਤੇ ਮੋਰਚਾ ਲੱਗ ਜੂਗਾ ਆਪਣੀ ਅੱਗੇ ਹਾਲ ਥੋੜੀ ਵਾਲੀ ਸਰਕਾਰ ਦੀ। ਜੇ ਮੋਰਚਾ ਲੱਗਦਾ ਜਵਾਬ ਕੌਣ ਦੇਊਗਾ ਜੀ? ਤੇ ਮੁੱਖ ਮੰਤਰੀ ਨੂੰ ਨਿੱਜੀ ਟੈਸਟ ਲੈ ਕੇ ਉਹਨੂੰ ਪੀਏ ਨੂੰ ਛੁਡਾਉਣਾ ਪਿਆ ਸੀ ਜੀ। ਇਸ ਕਰਕੇ ਜੇ ਪ੍ਰਬੰਧ ਐਸਜੀਪੀਸੀ ਦਾ ਫਿਰ ਪੁਲਿਸ ਨੂੰ ਨਹੀਂ ਜਾਣਾ ਚਾਹੀਦਾ। ਲੇਕਿਨ ਅਸੀਂ ਕਹਿੰਦੇ ਵੀ ਜਦੋਂ ਇਹ ਜਾਂਦੇ ਨੇ, ਆਪ ਜਾਂਦੇ ਨੇ, ਬਾਦਲ ਸਾਹਿਬ ਮੁੱਖ ਮੰਤਰੀ ਉਹਦੇ ਪੁਲਿਸ ਅੰਦਰ ਨਾਲ ਜਾਂਦੀ ਹੈ। ਹਰਸਿਮਰਤ ਕੌਰ ਪੁਲਿਸ ਉਹਦੇ ਨਾਲ ਜਾਂਦੀ ਹੈ, ਬਿਲਕੁਲ ਜਾਂਦੀ ਹੈ ਜੀ। ਸੁਖਬੀਰ ਬਾਦਲ ਵੀ ਉਹਦੇ ਪੁਲਿਸ ਵਾਲੇ ਨਾਲ ਜੀ, ਉਦੋਂ ਕੋਈ ਨਹੀਂ ਇਤਰਾਜ਼ ਕਰਦੇ ਤੁਸੀਂ ਵੀ? ਉਹਦੇ ਵੀ ਇਤਰਾਜ਼ ਕਰੋ ਤੁਸੀਂ, ਉਹਦੇ ਵੀ ਕਹੋ ਨਹੀਂ ਜੀ ਸਾਡਾ ਪ੍ਰਬੰਧ ਇਹ ਪ੍ਰਬੰਧ ਵੇਖਾਂਗੇ ਆਪਣਾ, ਪੁਲਿਸ ਕੋਲ ਐਂਟਰ ਨਾ ਕਰੇ ਅੰਦਰ। ਜੇ ਵੀਆਈਪੀ ਪ੍ਰਧਾਨ ਜਿੱਥੇ ਸਾਡੇ ਮੋਦੀ ਸਾਹਿਬ ਆਏ ਨੇ, ਤੁਹਾਨੂੰ ਪਤਾ ਸੀ ਕਿੰਨਾ ਸਮਾਂ ਸੰਗਤ ਬੰਦ ਕਰਦੀ ਸੀ ਨਾ ਉਦੋਂ ਉੱਥੇ ਮੱਥਾ ਟੇਕਣ ਆਏ। ਅੱਛਾ, ਤੁਹਾਨੂੰ ਉਦੋਂ ਇਤਰਾਜ਼ ਨਹੀਂ ਆਇਆ ਕਿਸੇ ਗੱਲ ਦਾ?
ਅੱਜ ਮੁੱਖ ਮੰਤਰੀ ਦਾ 4 ਬੰਦੇ ਆ ਗਏ ਤੇ ਤੁਹਾਨੂੰ ਤਕਲੀਫ ਹੋ ਗਈ ਹੈ ਵੀ ਇਹ ਕਿਉਂ ਇਹ ਮੱਥਾ ਟੇਕਣ ਆ ਗਿਆ? ਵੀ ਤੁਸੀਂ ਉਦਾਂ ਕਹਿੰਦੇ ਹੋ ਵੀ ਇੱਥੇ ਐਂਟਰੀ ਬੈਨ ਹੈ ਜੀ, ਕਿਉਂ ਨਹੀਂ ਕਹਿੰਦੇ ਤੁਸੀਂ? ਕਦੀ ਉਹ ਤਖਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕਣ ਜਾਂਦਾ ਮੁੱਖ ਮੰਤਰੀ, ਤੁਸੀਂ ਕਹਿੰਦੇ ਸ਼ਰਾਬ ਪੀ ਕੇ ਆ ਗਿਆ। ਕਦੀ ਉਹ ਬਰਗਾੜੀਆ ਦਾ ਤੁਸੀਂ ਤਦਗਰ ਸ਼ਰਾਬ ਪੀ ਕੇ ਆ ਗਿਆ। ਕੋਈ ਤੁਹਾਡੇ ਕੋਲ ਸਬੂਤ ਹੈ ਕਿਸੇ ਗੱਲ ਦਾ? ਇਸ ਕਰਕੇ ਪ੍ਰਧਾਨ ਜੀ ਤੁਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋ, ਸਮੁੱਚੇ ਸਿੱਖਾਂ ਦੇ ਪ੍ਰਧਾਨ ਹੋ ਜੀ। ਤੁਸੀਂ ਇੱਕ ਧਿਰ ਦੇ ਪ੍ਰਧਾਨ ਨਾ ਬਣੋ। ਜਾਂ ਤੇ ਜੇ ਕਾਨੂੰਨ ਲਾਗੂ ਕਰਨਾ ਤੇ ਇਹਨੂੰ ਪੱਕੇ ਰੂਪ ਚ ਲਾਗੂ ਕਰੋ। ਕੋਈ ਵੀਆਈਪੀ ਆਵੇ ਨਾ ਕਰੋ। ਹਾਂ ਐਸਜੀਪੀਸੀ ਪ੍ਰਬੰਧ ਕਰੂਗੀ। ਕੱਲਾ ਮੁੱਖ ਮੰਤਰੀ ਤੁਸੀਂ ਇੰਨੀ ਗੱਲ ਕਹੀ ਜਾਣਾ ਵੀ ਇੱਥੇ ਧਾੜੀ ਬਣ ਕੇ ਆ ਗਿਆ ਜੀ, ਪੁਲਿਸ ਲੈ ਕੇ ਆ ਗਿਆ ਜੀ, ਭੀੜ ਬਣ ਕੇ ਆ ਗਿਆ ਜੀ, ਕਿਉਂ ਨਾ ਆਵੇ? ਉਹ ਗੁਰੂ ਘਰ ਆਇਆ ਵਾ, ਪ੍ਰਬੰਧ ਤੁਸੀਂ ਕਰਨਾ ਵਾ, ਉਹਨੂੰ ਮੱਥਾ ਕਿਵੇਂ ਟਿਕਾਉਣਾ? ਉਹ ਵੀਆਈਪੀ ਆ, ਕੱਲ ਨੂੰ ਕੋਈ ਘਟਨਾ ਵਾਪਰ ਗਈ ਕੌਣ ਜ਼ਿੰਮੇਵਾਰ ਆ? ਜਿਸ ਤਰ੍ਹਾਂ ਦਾ ਮਾਹੌਲ ਸਾਡਾ ਬਣਿਆ ਪਿਆ ਪੰਜਾਬ ਦਾ, ਕੱਲ ਨੂੰ ਘਟਨਾ ਵਾਪਰ ਜੇ ਕੌਣ ਜ਼ਿੰਮੇਵਾਰ ਹੋਊਗਾ ਉੱਥੇ? ਜੀ ਇਸ ਕਰਕੇ ਪੁਲਿਸ ਨੇ ਆਪਣੇ ਪ੍ਰਬੰਧ ਕਰਨੇ। ਹੁਣ ਤੁਸੀਂ ਵੇਖੋ, ਇੱਕ ਲੰਬਾ ਜਿਹਾ ਤੁਹਾਡਾ ਹੁੰਦਾ ਜਿਹੜਾ ਉਹ ਕਿਹਦਾ ਹੁੰਦਾ, ਐਸਪੀ ਪਰਮਿੰਦਰ ਸਿੰਘ ਭੰਡਾਲ। ਹਾਂ, ਇੱਥੇ ਬਠਿੰਡੇ ਵੀ ਉਹਨੇ ਪਿਆ ਸੀ, ਉਹਦੇ ਨਾਲ ਪੰਗਾ ਪਿਆ ਸੀ। ਉਹ ਦਰਬਾਰ ਸਾਹਿਬ ਸਵੇਰੇ ਜਾਂਦਾ, ਉਹਦੇ ਵਾਸਤੇ ਸਪੈਸ਼ਲ ਰਾਗੀਆਂ ਦੇ ਪਿੱਛੇ ਸੀਟ ਰਿਜ਼ਰਵ ਹੁੰਦੀ ਹੈ। ਅੱਛਾ ਜੀ। ਹਾਂ ਬੱਲੇ। ਜਦੋਂ ਪਰਮਿੰਦਰ ਸਿੰਘ ਭੰਡਾਲ ਐਸਪੀ ਐਸਐਸਪੀ ਮੱਥਾ ਕਰਨ ਜਾਂਦਾ ਤੇ ਉਹਦੀ ਸੀਟ ਰਿਜ਼ਰਵ ਹੁੰਦੀ ਪਿੱਛੇ ਬੈਠਣ ਦੀ। ਉਦੋਂ ਤੁਹਾਡੀ ਮਰਿਆਦਾ ਕਿੱਥੇ ਗਈ ਹੁੰਦੀ ਆ? ਇਹ ਵੀ ਦੱਸ ਦਿਓ। ਆਮ ਸਿੰਘ ਨੂੰ ਤੁਸੀਂ ਜਦੋਂ ਕਿਤੇ ਪਾਲਕੀ ਸਾਹਿਬ ਜਾ ਨਹੀਂ, ਅੰਦਰ ਨਹੀਂ ਲੱਗਣ ਦਿੰਦੇ। ਪੁਲਿਸ ਵਾਲੇ 5 ਜਾਂ 10 ਹੈ, ਤੁਹਾਡੀ ਜ਼ਰੂਰਤ ਨਹੀਂ ਪੈਂਦੀ ਕਿਸੇ ਨੂੰ ਟੋਕਣ ਦੀ। ਉਦੋਂ ਤੁਹਾਡੀ ਸਿਕਿਉਰਿਟੀ ਕਿੱਥੇ ਗਈ ਹੁੰਦੀ ਹੈ? ਉਹ ਤੁਹਾਡੀ ਮਰਿਆਦਾ ਕਿੱਥੇ ਗਈ ਹੁੰਦੀ ਹੈ? ਇਸ ਕਰਕੇ ਮੈਂ ਸੋਚਦਾ ਪ੍ਰਧਾਨ ਨੂੰ ਠੰਡੇ ਦਿਮਾਗ ਨਾਲ ਸੋਚਣਾ ਚਾਹੀਦਾ ਵਾ। ਸਗੋਂ ਉਹਨੂੰ ਇਹ ਗੱਲ ਕਹਿੰਦਾ ਵੀ ਪੁਲਿਸ ਦੀ ਲੋੜ ਨਹੀਂ ਜੀ, ਸਾਨੂੰ ਦੱਸੋ, ਅਸੀਂ ਆਪਣੇ ਪ੍ਰਬੰਧ ਆਪ ਕਰਾਂਗੇ। ਚੰਗੀ ਗੱਲ, ਤੁਸੀਂ ਕਰੋ ਪ੍ਰਬੰਧ। ਲੇਕਿਨ ਜਿਹੜੀ ਪੁਲਿਸ ਟ੍ਰੇਨ ਆ, ਜਿਹੜੇ ਪ੍ਰਬੰਧ ਉਹ ਕਰ ਸਕਦੀ, ਉਹ ਤੁਸੀਂ ਨਹੀਂ ਕਰ ਸਕਦੇ। ਬਿਲਕੁਲ। ਇਸ ਕਰਕੇ ਸਿਕਿਉਰਿਟੀ ਦਾ ਮਾਮਲਾ ਮੁੱਖ ਮੰਤਰੀ ਦਾ ਹੈਗਾ। ਤੁਸੀਂ ਕਹਿ ਦਿਓ ਵੀ ਤੇਰੇ ਤੂੰ ਮੱਥਾ ਟੇਕਣ ਨਾ ਆਵੇ, ਕਹਿ ਦਿਓ ਤੁਸੀਂ, ਲਿਖ ਕੇ ਦਿਓ ਨਾ। ਜਾਂ ਕਰੋ ਨਾ, ਗੱਲ ਸੁਣੋ, ਫਿਰ ਵੀ ਚਲੋ ਆਪਾਂ ਇਹ ਵੀ ਮੰਨ ਲੈਂਦੇ ਹਾਂ, ਜਿਵੇਂ ਬੀਬੀ ਗੁਰਸ਼ਰਨ ਕੌਰ ਸੀ ਆਪਣੇ ਮਨਮੋਹਨ ਸਿੰਘ ਹੋਰਾਂ ਦੇ ਧਰਮ ਪਤਨੀ ਜਿਹੜੇ ਹੈਗੇ ਨੇ, ਉਹ ਹੁਣ ਵੀ ਰੋਜ਼ਾਨਾ ਕਹਿੰਦੇ ਇੱਕ ਗੁਰੂ ਘਰ ਦੇ ਵਿੱਚ ਜਾਂਦੇ ਨੇ। ਮੈਂ ਸਿਕਿਉਰਿਟੀ ਪੁਆਇੰਟ ਆਫ ਵਿਊ ਨਾਲ ਨਾਂ ਨਹੀਂ ਲੈਂਦਾ ਉਸ ਗੁਰੂ ਘਰ ਦਾ। ਉਹ ਉਸ ਵਕਤ ਜਾਂਦੇ ਨੇ ਜਦੋਂ ਕਿਸੇ ਨੂੰ ਤਕਲੀਫ ਨਾ ਹੋਵੇ, ਅਰਲੀ ਇਨ ਦਾ ਮਾਰਨਿੰਗ। ਠੀਕ ਹੈ ਨਾ ਜੀ? ਤੇ ਕੋਈ ਗੱਲ ਨਹੀਂ, ਅਰਲੀ ਮਾਰਨਿੰਗ ਆ ਜਾਓ, ਐਡੀ ਕਿੱਡੀ ਗੱਲ ਹੈ। ਹਾਂ ਨਹੀਂ, ਬਿਲਕੁਲ ਠੀਕ ਹੈ। ਇਹ ਤੁਸੀਂ ਸੁਝਾਅ ਦੇ ਸਕਦੇ ਹੋ ਉਹਨਾਂ ਨੂੰ। ਹਾਂ, ਅਰਲੀ ਮਾਰਨਿੰਗ ਆ ਜਾਓ। ਇਹ ਸੁਝਾਅ ਦੇ ਸਕਦੇ ਹੋ। ਕੈਪਟਨ ਅਮਰਿੰਦਰ ਸਿੰਘ ਜਿਹੜਾ 2002 ਤੋਂ ਲੈ ਕੇ 2007 ਤੱਕ ਮੁੱਖ ਮੰਤਰੀ ਦੇ ਅਕਸਰ ਜਦੋਂ ਆਉਂਦੇ ਸੀ, ਇੱਥੇ ਰਹਿੰਦੇ ਸੀ ਆ ਕੇ, ਉਹ ਰਾਤ ਨੂੰ 2 ਵਜੇ 3 ਮੱਥਾ ਟੇਕ ਰਹਿੰਦੇ ਹਨ। ਐਸਐਸਪੀ ਹੁੰਦਾ ਸੀ ਨਾਲ, ਸਿਕਿਉਰਿਟੀ ਗਾਰਡ ਜਿਹੜੇ ਪੰਚਾਂ ਨੂੰ ਉਹੀ ਨਾਲ ਹੁੰਦੇ ਸੀ, ਬਾਕੀ ਕੋਈ ਲੋੜ ਨਹੀਂ ਸੀ ਪੈਂਦੀ ਜੀ। ਹੁਣ ਜਿਹੜਾ ਦਿਨੇ ਹੋਣਾ ਦਿਨ ਤੁਸੀਂ ਰਸਤੇ ਬੰਦ ਕਰਤੇ, ਰੂਟ ਲਾ ਦਿਓ, ਸੜਕਾਂ ਖਾਲੀ ਕਰ ਦਿਓ, ਇਹ ਗੱਲ ਤੁਹਾਡੀ ਗੱਲ ਠੀਕ ਆ ਵੀ ਇਹ ਰਾਤ ਆ ਸਕੇ ਜੋ ਭੀੜੇ ਨਹੀਂ ਉਦੋਂ ਤੱਕ ਮੱਥਾ ਟੇਕ ਸਕਦੇ ਆ। ਲੇਕਿਨ ਆਹ ਗੱਲ ਕਹਿਣੀ ਵੀ ਧਾਰਮੀ ਬਣ ਕੇ ਆ ਗਿਆ ਜੀ, ਇੱਥੇ ਮੱਥਾ ਟੇਕਣ ਆ ਗਿਆ, ਬਿਲਕੁਲ ਨਹੀਂ ਕਹਿ ਸਕਦੇ। ਤੁਸੀਂ ਜੇ ਕੀਤਾ ਤਾਂ ਤੁਹਾਨੂੰ ਪ੍ਰਧਾਨ ਜੀ ਮਾਫੀ ਮੰਗਣੀ ਪਊ। ਕੌਣ ਤੋਂ? ਅੱਜ ਨਹੀਂ, ਕੱਲ ਮੰਗੋਗੇ ਤੁਸੀਂ। ਉਹ ਮੁੱਖ ਮੰਤਰੀ ਸਟੇਟ ਦਾ ਯਾਰ, ਸੂਬੇ ਦਾ ਕੋਈ ਫਸਟ ਪਰਸਨ ਹੋ ਯਾਰ। ਤੁਹਾਨੂੰ ਸਗੋਂ ਉਹਨੂੰ ਸਨਮਾਨਿਤ ਕਰਨਾ ਚਾਹੀਦਾ ਸੀ। ਉੱਥੇ ਤੁਹਾਨੂੰ ਤੁਹਾਡੀ ਮਰਿਆਦਾ ਆ ਜਾਂਦੀ। ਨਹੀਂ ਜੀ, ਤੇ ਦਾੜੀ ਕੱਟੀ ਹੈ ਜੀ ਨਾ, ਅੱਗੇ ਤਾਂ ਦਿੰਦਾ ਹੀ ਨਹੀਂ ਨਾ ਕਿਸੇ ਨੂੰ ਸਰੂਪ। ਇੱਥੇ ਤੇ ਕੋਨਿਆਂ ਮੰਨੋ ਤੇ ਸਰੂਪ ਦੇ ਦਿੰਦੇ, ਉੱਥੇ ਜਾ ਕੇ ਤਾਂ ਦਾੜੀ ਕੱਟੀ ਅੱਗੇ ਆ ਜਾਂਦੀ ਹੈ। ਇਸ ਕਰਕੇ ਚਾਹੀਦਾ ਹੈ ਪ੍ਰਧਾਨ ਨੂੰ ਇਹ ਗੱਲ ਨਹੀਂ ਕਹਿਣੀ ਚਾਹੀਦੀ। ਇਹ ਗੱਲ ਕਹੇ ਜੀ ਵੇਖੋ ਇੰਨੀ ਫੋਰਸ ਨਹੀਂ ਚਾਹੀਦੀ, ਅਸੀਂ ਕਹਿੰਦੇ ਸੁਰੱਖਿਆ ਦੀ ਜ਼ਰੂਰਤ ਹੈ, ਸਾਨੂੰ ਦੱਸੋ, ਅਸੀਂ ਪਹਿਲਾਂ ਪ੍ਰਬੰਧ ਆਪ ਕਰਾਂਗੇ। ਜਦੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਹੁੰਦੀ ਹੈ ਜੀ, ਚੋਣ ਹੋਣ ਤੋਂ ਬਾਅਦ ਉਹਨੇ ਗੱਲ ਚ ਸਰੂਪਾ ਪਾਏ, ਉਹਨੇ ਮੱਥਾ ਟੇਕਣ ਜਾਂਦਾ। ਉਹਦੇ ਨਾਲ ਆਬਜੈਕਟਿਵ ਵੀ ਹੁੰਦੀ, ਨਾਲ ਹੋਰ ਬੰਦੇ ਵੀ ਹੁੰਦੇ ਆ ਜੀ। ਇਹ ਛੋਟਾ ਰਸਤਾ ਬਕਾਇਦਾ ਤੌਰ ਤੇ ਸਾਰੇ ਦੇ ਉੱਥੇ ਖਾਲੀ ਕਰਾਉਂਦੇ। ਅੱਛਾ। ਜਦੋਂ ਹਰਸਿਮਰਤ ਕੌਰ ਬਾਦਲ ਆਉਂਦੀ ਉਦੋਂ ਵੀ ਛੋਟਾ ਰਸਤਾ ਖਾਲੀ ਕਰਾਉਂਦੇ ਆ। ਕਹਿਰਾ ਜਿਹੜਾ ਥੋੜਾ ਜਿਹਾ। ਹਾਂਜੀ, ਉਦੋਂ ਤੁਸੀਂ ਉਦੋਂ ਨਹੀਂ ਤੁਹਾਡੀ ਮਰਿਆਦਾ ਕਿੱਥੇ ਜਾਂਦੀ? ਉਦੋਂ ਤੁਸੀਂ ਜਾਂ ਤਾਂ ਉਦੋਂ ਵੀ ਕਹੋ ਉਹਨਾਂ ਨੂੰ ਵੀ ਪੁਲਿਸ ਹੁੰਦੀ, ਉਹਨਾਂ ਦੀ ਸਿਕਿਉਰਿਟੀ ਹੁੰਦੀ। ਸਿਕਿਉਰਿਟੀ ਭਾਈ ਠੀਕ ਆ, ਸਿਕਿਉਰਿਟੀ ਨੇ ਤੁਹਾਨੂੰ ਪਤਾ ਹੀ ਹੈ ਦਿੱਲੀ ਦੇ ਵਿੱਚ ਜਦੋਂ ਕਹਿਤਾ ਕੇਜਰੀਵਾਲ ਨੇ, ਮੈਂ ਸਿਕਿਉਰਿਟੀ ਦੇ ਕੀ ਹਾਲ ਹੋਇਆ ਸੀ। ਉਹ ਤੇ ਸ਼ਾਹੀ ਸੁੱਟ ਦਿੱਤੀ ਗਈ, ਉਹਨੂੰ ਚਪੇੜ ਮਾਰ ਦਿੱਤੀ ਗਈ। ਕੱਲ ਨੂੰ ਜੇ ਪੇਮਾ ਜੀ ਕੱਲ ਗੋਲੀ ਵੀ ਮਾਰ ਸਕਦਾ, ਕੁਛ ਵੀ ਕਰ ਸਕਦਾ। ਫਿਰ ਉਹਨੇ ਕਿਹਾ ਨਹੀਂ, ਸਿਕਿਉਰਿਟੀ ਜ਼ਰੂਰੀ ਹੈ। ਇਸ ਕਰਕੇ ਅਸੀਂ ਕਹਿੰਦੇ ਬੇਲੋੜੀ ਸਿਕਿਉਰਿਟੀ ਨਹੀਂ ਹੋਣੀ ਚਾਹੀਦੀ, ਜਿੰਨੀ ਲੋੜ ਸੰਗਤ ਨੂੰ ਤਕਲੀਫ ਨਾ ਹੋਵੇ, ਬਸ ਇੰਨਾ ਧਿਆਨ।
ਜੀ ਜੀ ਖਾਲਸਾ ਜੀ ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਹਾਂਜੀ ਧੰਨਵਾਦ ਸਾਹਿਬ ਤੇ ਪੰਜਾਬ ਖਾਲਸਾ। ਵਾਹਿਗੁਰੂ ਭਾਈ ਜੀ ਕੀ ਖਾਲਸਾ ਭਾਈ ਫਤਿਹ। ਫਤਿਹ ਜੀ। ਇਹ ਸਵਾਲ ਇਹ ਹੈ ਬਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਿਹੜਾ ਹੈ, ਅਸਲ ਵਿੱਚ ਤਾਂ ਇਹ ਸ਼੍ਰੋਮਣੀ ਜੀ ਤੇ ਇਹ ਬਾਦਲ ਦੇ ਲਿਫਾਫੇ ਚੋਂ ਨਿਕਲਿਆ। ਜੋ ਬਾਦਲ ਕਹੂਗਾ, ਜੋ ਸੁਖਬੀਰ ਕਹੂਗਾ ਉਹੀ ਕਰਨਾ ਇਹਨੇ। ਔਰ ਇਹ ਜਿਹੜੇ ਹੈ ਸੁਖਬੀਰ ਬਾਦਲ ਦਾ SIT ਦੇ ਮੂਹਰੇ ਪੇਸ਼ ਨਾ ਹੋਣਾ, ਇਹ ਕਿਤੇ ਮਿਲੀ ਭੁਗਤਾ ਨਹੀਂ ਕੇਜਰੀਵਾਲ ਨਾਲ। ਉਹ ਕੋਈ ਅੰਦਰੋਂ ਕੋਈ ਲੈਣ ਦੇਣ ਤਾਂ ਨਹੀਂ ਕੀਤਾ ਹੋਇਆ, ਕਿਉਂਕਿ ਅਕਾਲੀ ਦਲ ਦੇ ਵਿੱਚ ਜਿਹੜੇ ਰਹੇ ਨੇ ਉਹ ਵਜ਼ੀਰ ਜਾਂ ਫਲਾਣੇ ਧਮਕੇ ਆਮਕੇ ਉਹਨਾਂ ਨੇ ਬਥੇਰਾ ਕੁਝ ਲੁੱਟਿਆ। 31,000 ਕਰੋੜ ਰੁਪਈਆ ਉਹ ਸਾਰਿਆਂ ਨੂੰ ਪਤਾ ਵੀ ਕਿਵੇਂ ਡੈਬਿਟ ਚਾੜਿਆ। ਉਹਦੀ ਪੜਤਾਲ ਤੇ ਜਿਹੜੀਆਂ ਇਹਨਾਂ ਨੇ ਜ਼ਮੀਨਾਂ ਦੱਬੀਆਂ, ਜਿਹੜੇ ਬਾਹਰ ਲੋਕ ਬੈਠੇ ਆ, ਉਹਨਾਂ ਦੀ ਪੜਤਾਲ ਉਹ ਕੌਣ ਕਰੂਗਾ? ਇਹ ਇਕੱਲੀ ਕਾਂਗਰਸ ਮਗਰ ਪਏ ਹੋਏ ਆ। ਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਭਗਵੰਤ ਮਾਨ ਕਿੰਨੀ ਕੁ ਦੇਰ ਕੇਜਰੀਵਾਲ ਦਾ ਜਮੂਰਾ ਬਣਿਆ ਰਹੂਗਾ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ। ਇਹਦੇ 'ਚ ਕਦੋਂ ਇਹ ਦਰੁਸਤੀ ਇਹ ਦੱਸਿਆ ਜਰਾ। ਬਹੁਤ ਤੁਹਾਡਾ ਧੰਨਵਾਦ। ਤੇ ਅਗਲੀ ਗੱਲ ਮੈਂ ਕਹਾਂਗਾ, ਜਿਹੜੇ ਇੱਥੇ ਲੋਕ ਜਿਹੜੇ ਸਟੂਡੈਂਟ ਆਉਂਦੇ ਆ ਕਿਰਪਾਨਾਂ ਚਲਾਉਂਦੇ ਆ, ਉਹ ਪਹਿਲੀ ਗੱਲ ਤਾਂ ਮਾਂ ਬਾਪ ਦਾ ਕਸੂਰ ਹੈ। ਚਲੋ ਸਾਰੇ ਮਾਂ ਬਾਪ ਦਾ ਕਸੂਰ ਨਹੀਂ ਹੁੰਦਾ, ਢਾਣੀ ਦਾ ਵੀ ਕਸੂਰ ਹੋ ਜਾਂਦਾ, ਪਰ ਇਹ ਸਿੱਖ ਕੌਮ ਦਾ ਨੀਵਾਂ ਕਰ ਰਹੇ ਆ। ਇਹ ਗਲਤ ਹੈ, ਇਹ ਨਹੀਂ ਹੋਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਜੀ ਪੱਟੀ ਸਾਹਿਬ। ਜਿਹੜੀ ਉਹ ਤਸਵੀਰ ਚੱਲ ਰਹੀ ਹੈ ਜੀ, ਉਹ 2016 ਦੀ ਹੈ। ਚਲੋ ਉਹ ਤੁਸੀਂ ਆਪਣੀ ਬਾਅਦ 'ਚ ਗੱਲ ਕਰ ਲਓ, ਮੈਂ ਉਹ ਤੇ ਗੱਲ ਨਹੀਂ ਕਰਦਾ। ਹੁਣ ਇਹਦੇ ਵਿੱਚ ਵੇਖੋ, ਜਿਹੜੀ ਕੇਜਰੀਵਾਲ ਦੀ ਗੱਲ ਕੀਤੀ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਅੱਜ ਦੀ ਡੇਟ ਤੇ ਕੇਜਰੀਵਾਲ ਨੂੰ ਸਿਰਫ ਤੇ ਸਿਰਫ ਕਾਂਗਰਸ ਦਿਸਦੇ ਆ ਜੀ। ਨਾ ਉਹਨੂੰ ਕੋਈ BJP ਵਾਲਾ ਭ੍ਰਿਸ਼ਟ ਦਿਸਦਾ ਤੇ ਨਾ ਉਹਨੂੰ ਕੋਈ ਕਾਲੀ ਭ੍ਰਿਸ਼ਟ ਦਿਸਦਾ। ਠੀਕ ਹੈ, ਤੁਸੀਂ ਆਪਣੀ ਕਾਰਵਾਈ ਕਰੋ, ਤੁਹਾਨੂੰ ਕੋਈ ਰੋਕਦਾ ਨਹੀਂ ਹੈਗਾ ਜੀ। ਲੇਕਿਨ ਜਿਹੜੀ ਤੁਸੀਂ ਗੱਲ ਕੀਤੀ ਹੈ, ਇਹ ਬਿਲਕੁਲ ਗੱਲ ਠੀਕ ਆ। ਅੱਜ ਮੈਂ ਇੱਕ ਨੈਸ਼ਨਲ TV ਤੇ ਡਿਬੇਟ ਸੁਣ ਰਿਹਾ ਸੀ, ਉਹਨੇ ਕਿਹਾ ਜੀ ਵੀ ਇਸ ਵੇਲੇ BJP ਚਾਹੁੰਦੀ ਆ ਵੀ ਅਕਾਲੀਆਂ ਦਾ ਮੁੜ ਕਿਸੇ ਤਰੀਕੇ ਨਾਲ ਜਿਹੜਾ ਸੀ ਕੰਪਰੋਮਾਈਜ਼ ਕਰਨ ਦਾ ਜੀ। ਹੁਣ ਕਿਹੜੀਆਂ ਸ਼ਰਤਾਂ ਦੇ ਕਰਦੇ ਇਹ ਨਹੀਂ ਪਤਾ। ਇਹ ਤਾਂ ਉੱਥੇ ਖੜੇ ਨੇ 23 ਸੀਟਾਂ ਤੇ, ਉਹ ਕਹਿੰਦੇ ਨਾ 50-50 ਕਰੋ। ਗੱਲ ਇੱਥੇ ਅੜੀ ਹੁਣ ਜੀ, ਕਿਉਂਕਿ 3 ਸਟੇਟਾਂ ਦੇ ਵਿੱਚ ਜਿਹੜੀ ਨੈਸ਼ਨਲ ਡਿਬੇਟ ਦੀ ਮੈਂ ਗੱਲ ਕਰਦਾ, ਤੁਹਾਨੂੰ ਪਤਾ ਇੰਡੀਆ ਟੂਡੇ ਦਾ ਆਪਣਾ TV, ਉਹਨੇ ਵੀ ਇੰਨੀ ਗੱਲ ਕਹੀ ਆ ਵੀ ਗੁਜਰਾਤ ਦੇ ਵਿੱਚ, ਬਿਹਾਰ ਦੇ ਵਿੱਚ ਘੱਟੋ ਘੱਟ 15 ਤੋਂ ਲੈ ਕੇ 20 ਸੀਟਾਂ ਦਾ ਲਾਸ ਹੋਇਆ ਕਿ 2024 ਦੇ ਵਿੱਚ BJP ਨੂੰ ਜੀ। ਮਹਾਰਾਸ਼ਟਰ ਦੇ ਵਿੱਚ 3 ਪਾਰਟੀਆਂ ਇਕੱਠੀਆਂ ਹੋ ਕੇ ਲੜੀਆਂ ਤੇ ਇੱਥੇ ਵੀ ਜਿਹੜੀਆਂ 41 ਸੀਟਾਂ ਬਣੀਆਂ ਸੀ 41 ਦੇ ਵਿੱਚੋਂ ਜੀ। ਤੇ ਐਤਕੀ ਉਹ ਕਹਿੰਦੇ 7-8-10 ਮਿਲ ਜਾਣਗੇ। ਕਿੰਨੇ ਕੁ ਮਿਲ ਜਾਣਗੇ ਇਹਨਾਂ ਨੂੰ? ਕਰਨਾਟਕਾ ਦੇ ਵਿੱਚ ਜਿਹੜਾ ਜੇਜੂਰੱਪਾ ਉਹਨੂੰ ਕਿਉਂ ਲੈ ਗਿਆ ਸੰਸਦੀ ਬੋਰਡ ਦੇ ਵਿੱਚ, ਉਹਨੂੰ ਪਹਿਲਾਂ ਡਿਫੰਕ ਕਰਤਾ ਸੀ 79 ਈਅਰ 올ਡ ਆ, ਪਿੱਛੇ ਕਰਤਾ ਸੀ, ਤੇਰੀ ਲੋੜ ਨਹੀਂ। ਉੱਥੇ ਲੰਗਾਇਤ ਜਿਹੜੀ ਬਰਾਦਰੀ ਆ, ਜਿਹੜਾ ਕਬੀਲਾ ਵਾ, ਉਹਦੀਆਂ ਵੋਟਾਂ ਬਹੁਤ ਹੈ। ਇਸ ਕਰਕੇ ਜੇਜੂਰੱਪਾ ਨੂੰ ਫਿਰ ਪੱਠੇ ਪਾਏ ਜਾ ਰਹੇ ਪਈ, ਕਰਨਾਟਕਾ ਸਾਡੀ ਹਾਲਤ ਮਾੜੀ ਹੁੰਦੀ ਜਾਂਦੀ ਹੈ। 3 ਸਟੇਟਾਂ ਦੇ ਵਿੱਚੋਂ 116 ਦੇ ਵਿੱਚੋਂ 166 ਸੀਟਾਂ ਲਈਆਂ ਸੀ ਪਿਛਲੀ ਵਾਰੀ ਇਹਨਾਂ ਜੀ। ਐਤਕੀ ਇਹਨਾਂ ਦੇ ਵਿੱਚ ਜਿਹੜੇ ਹੁਣ ਤੱਕ ਸਰਵੇ ਹੈ, ਉਹਦੇ ਵਿੱਚ 50 ਸੀਟਾਂ ਦਾ ਲਾਸ ਹੁੰਦਾ ਕਾਂਗਰਸ BJP ਦਾ। ਉਹ ਇਸ ਗੱਲ ਤੋਂ ਆਪ ਘਬਰਾਏ ਨੇ। ਇਸ ਕਰਕੇ ਜਿਹੜੀ ਗੱਲ ਤੁਸੀਂ ਕਹਿੰਦੇ ਹੋ, ਇਹਨਾਂ ਦੇ ਅਕਾਲੀਆਂ ਨਾਲ ਵੀ ਸਮਝੌਤਾ ਕਰਨਾ ਤੇ ਅੰਦਰ ਖਾਦੇ, ਤੁਹਾਨੂੰ ਪਤਾ ਹੀ ਹੈ। ਜਿੱਦਾਂ ਵੇਖੋ ਅੱਜ ਦੀ ਗੱਲ ਸੁਣ ਲਓ ਤੁਸੀਂ ਜੀ। ਅੱਜ ਸਿਸੋਦੀਆ ਕਹਿ ਰਿਹਾ ਵੀ ਕੇਜਰੀਵਾਲ ਕਹਿ ਰਿਹਾ ਵੀ ਸਿਸੋਦੀਆ ਨੂੰ ਕਲੀਨ ਚਿੱਟ ਮਿਲ ਗਈ ਹੈ ਜੀ। ਕਲੀਨ ਚਿੱਟ ਕਿਹਨੇ ਦਿੱਤੀ ਹੈ? ਕਿਸੇ ਨੇ ਦਿੱਤੀ ਹੈ ਤੱਕ ਕੋਈ। CBI ਨੇ ਪਹਿਲਾਂ ਉਹਦੇ ਘਰ ਰੇਡ ਕੀਤੀ, ਕੇਜਰੀਵਾਲ ਦਾ ਕੁਝ ਨਹੀਂ ਮਿਲਿਆ ਜੀ। ਉਦੋਂ ਰਾਘਵ ਚੱਡਾ ਨੇ ਕਿਹਾ ਸੀ ਵੀ ਇਹ ਰੇਡ ਕਰ ਲਓ, ਉਹਦੇ ਕਰੋ, ਪੈਨਸਿਲ ਮਿਲੂਗਾ, ਪੈਨ ਮਿਲੂਗੀ, ਨੋਟਬੁੱਕ ਮਿਲੂਗੀ ਤੇ ਜਿਮੈਟਰੀ ਮਿਲੂਗਾ, ਬਾਕੀ ਕੁਝ ਨਹੀਂ ਮਿਲੇਗਾ ਜੀ। ਹੁਣ ਇਹਨਾਂ ਨੇ ਅੱਜ ਦਾ ਲੋਕਰ ਵੇਖਿਆ, ਵੇਖੋ 2 ਦਿਨ ਪਹਿਲਾਂ ਉਹ ਕਹਿ ਦਿੰਦੀ ਹੈ CBI ਇਹਨੂੰ ਵੀ ਤੇਰਾ ਲੋਕਰ ਚੈੱਕ ਕਰਾਉਣਾ ਸੀ। ਕਿਆ ਤਮਾਸ਼ਾ ਕੀ ਹੈਗਾ ਜੀ? ਕਿਉਂ CBI ਤੁਹਾਨੂੰ ਕਹਿ ਵੀ ਤਾਂ ਲੋਕਰ ਚੈੱਕ ਕਰਨਾ ਹੈ? ਉਹ ਜਾ ਕੇ ਚੈੱਕ ਕਰੇਗੀ ਬੈਂਕ ਦੇ ਵਿੱਚ। ਤੁਸੀਂ ਆਪ ਕਹਿੰਦੇ CBI ਨੇ ਲੋਕਰ ਚੈੱਕ ਕਰਨਾ, ਤੇ ਲੋਕਰ ਚ ਮਿਲਣਾ ਕੀ ਉੱਥੋਂ? ਅੱਜ ਉਹ ਲੋਕਰ ਚੈੱਕ ਕੀਤਾ, ਲੋਕਰ ਤੋਂ ਵੀ ਕੁਝ ਨਹੀਂ ਮਿਲਿਆ ਤੇ ਲੋਕਰ ਚ ਕੁਝ ਨਹੀਂ ਮਿਲਿਆ। ਕੇਜਰੀਵਾਲ ਸਾਹਿਬ ਕਹਿ ਰਹੇ ਆ ਕਿ ਸਿਸੋਦੀਆ ਨੂੰ ਕਲੀਨ ਚਿੱਟ ਮਿਲ ਗਈ ਹੈ, ਨਾ ਉਹਦੇ ਘਰੋਂ ਕੁਝ ਮਿਲਿਆ ਤੇ ਨਾ ਲੋਕਰ ਚ ਕੁਝ ਮਿਲਿਆ ਜੀ। ਇਸ ਕਰਕੇ ਇਹ ਸਾਰਾ ਘਾਲਾ ਮਾਲਾ ਵਾ। ਇੱਕੋ ਹੀ ਇਹ ਕੰਮ ਕਾਂਗਰਸ ਮੁਕਤ ਜਿਹੜਾ ਬਣਾ ਰਿਹਾ ਨਾ ਇੰਡੀਆ, ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਸਿੱਟੇ ਬਹੁਤੇ ਵਧੀਆ ਨਿਕਲਣਗੇ। ਕਾਂਗਰਸ ਅੱਜ ਵੀ ਜਿਹੜੀ 12 ਕਰੋੜ ਵੋਟਰ ਨੇ ਇੰਡੀਆ ਦੇ ਵਿੱਚ ਉਹਦੇ ਜੀ।
ਗੇਨ ਕਰੇਗੀ। ਵੇਖ ਲਓ ਤੁਸੀਂ ਛੱਤੀਸਗੜ੍ਹ ਦੇ ਜਿੰਨੇ ਭੁਪੇਸ਼ ਬਘੇਲ ਨੇ ਜਿਸ ਤਰੀਕੇ ਨਾਲ ਉੱਥੇ ਕੰਮ ਕੀਤਾ ਨਾ, ਉੱਥੇ ਗੇਨ ਕਰੇਗੀ ਜੀ। ਰਾਜਸਥਾਨ 'ਚ ਗੇਨ ਕਰੇਗੀ। ਫਿਰ ਜਿਹੜੀ ਆ ਤੁਹਾਡੀ ਹੈਗੀ ਆ ਬਿਹਾਰ ਦੇ ਵਿੱਚ ਮੈਂ ਸੁਣ ਰਿਹਾ ਸੀ ਡਿਬੇਟ ਦੇ ਵਿੱਚ, ਉਹ ਕਹਿ ਰਹੇ ਸੀ ਵੀ ਜਿਹੜਾ ਨਿਤਿਸ਼ ਹੈ ਤੇ ਤੇਜਸਵੀ ਹੈ ਜੀ, ਇਹ ਕਹਿੰਦੇ ਸਰਕਾਰ ਭੰਗ ਕਰਦੀ ਹੈ। ਦੁਬਾਰਾ ਤੋਂ ਸਰਕਾਰ ਭੰਗ ਕਰਕੇ ਤੇ ਜਿਹੜੀ ਦਸੰਬਰ 'ਚ ਚੋਣਾਂ ਹੋਣੀਆਂ ਨਾ ਆਪਣੀਆਂ ਨਕਲੀਆਂ ਦੀਆਂ ਗੁਜਰਾਤ ਦੀ, ਉਹ ਨਾਲ ਚੋਣਾਂ ਕਰਾ ਲਈਆਂ। ਅੱਛਾ ਜੀ। ਤੇ ਕਰਾ ਲਈਏ ਤੇ ਬੀਜੇਪੀ ਨੂੰ ਇਕੜੀਆਂ ਦੇਣੇ ਪੈ ਜਾਣਗੀਆਂ। ਉਹਦੇ ਵਿੱਚ ਗੱਲ ਇੱਥੇ ਅੜੀ ਸੀ, ਕਾਂਗਰਸ ਨਹੀਂ ਮੰਨ ਰਹੀ ਜੀ। ਕਾਂਗਰਸ ਨੂੰ ਨਾ ਕਹਿਤਾ ਵੀ ਤੂੰ ਸਾਰੀਆਂ ਸੀਟਾਂ ਲੈ ਇੱਥੇ ਸਾਡੇ ਤੋਂ ਵੱਖਰੇ ਹੋ ਕੇ। ਅੱਛਾ ਜੀ। ਤੈਨੂੰ 20-25 ਸੀਟਾਂ ਅਸੀਂ ਛੱਡ ਦਿਆਂਗੇ, ਉਹਦੇ ਤੇ ਤੂੰ ਆਪਣੇ ਬੰਦੇ ਖੜੀ ਤੇ ਅਸੀਂ ਬੰਦੇ ਆਪਣੇ ਨਹੀਂ ਖੜੇ ਕਰਾਂਗੇ, ਤੈਨੂੰ ਵੋਟਾਂ ਪਵਾ ਲਾਂਗੇ। ਇਸੇ ਕਰਕੇ ਸਿਚੁਏਸ਼ਨ ਜਿਹੜੀ ਨਾ ਬੜੀ ਟੇਢੀ ਮੇਢੀ ਜੀ ਹੋਈ ਪਈ ਆ। ਜਿਹੜੀ ਤੁਸੀਂ ਕੇਜਰੀਵਾਲ ਦੀ ਗੱਲ ਕਰਦੇ, ਕੇਜਰੀਵਾਲ ਨੂੰ ਅੱਜ ਬਕਾਇਦਾ ਤੌਰ ਤੇ ਅੰਨਾ ਹਜ਼ਾਰੇ ਚਿੱਠੀ ਲਿਖੀ ਆ। ਹਾਂਜੀ ਲਿਖੀ ਹੈ ਕਹਿੰਦੇ। ਹਾਂ, ਅੰਨਾ ਹਜ਼ਾਰੇ ਨੇ ਲਿਖਿਆ, ਤੂੰ ਸਵਰਾਜ ਨਾਂ ਦੀ ਕਿਤਾਬ ਲਿਖੀ ਸੀ, ਤੂੰ ਸ਼ਰਾਬ ਦੀ ਗੱਲ ਕੀਤੀ ਸੀ, ਭ੍ਰਿਸ਼ਟਾਚਾਰ ਦੀ ਗੱਲ ਕੀਤੀ ਸੀ, ਤੂੰ ਸਾਰੀਆਂ ਗੱਲਾਂ ਉੱਚ ਕੀਤੀਆਂ ਸੀ। ਮੇਰਾ ਤੂੰ ਮੁੱਖ ਮੰਤਰੀ ਲਿਖਿਆ ਸੀਗਾ। ਅੱਜ ਜਿਹੜੀਆਂ ਮੈਂ ਅਖਬਾਰਾਂ 'ਚ ਖਬਰਾਂ ਪੜ੍ਹ ਰਿਹਾ ਸ਼ਰਾਬ ਬਾਰੇ, ਆਹ ਕੀ ਹੋ ਰਿਹਾ ਤੁਸੀਂ ਦੱਸ ਮੈਨੂੰ। ਇਹਦਾ ਜਵਾਬ ਦੇ ਤੂੰ ਜੀ। ਕਹਿੰਦਾ ਤੈਨੂੰ ਅੱਜ ਤੇ ਚਿੱਠੀ ਲਿਖੀ, ਪਹਿਲੀ ਚਿੱਠੀ ਲਿਖਣ ਡਿਆ ਵੀ ਤੇਰੀ ਪਾਰਟੀ ਜਿਹੜੀ ਨਿਕਲੀ ਸੀ ਆਮ ਆਦਮੀ ਪਾਰਟੀ, ਉਹ ਇਸ ਸੰਘਰਸ਼ੋਂ ਨਿਕਲੀ ਸੀ ਤੇਰੀ। ਇਸ ਕਰਕੇ ਤੁਹਾਡੀ ਗੱਲ ਬਿਲਕੁਲ ਠੀਕ ਆ ਵੀ ਇਹ ਜਿਹੜੀ ਖਾਲਸਾ ਜੀ ਨੇ ਗੱਲ ਕਹੀ ਹੈ ਵੀ ਇਹਨਾਂ ਨੂੰ ਸਿਰਫ ਕਾਂਗਰਸੀ ਦੇ ਉੱਪਰੋਂ ਜੋ ਹੁਕਮ ਆਉਂਦਾ ਇਹ ਕਰੀ ਜਾਂਦੇ ਆ। ਦੇ ਦਿਓ ਕਾਂਗਰਸੀ ਫਰਕ ਅੰਦਰ ਕੀ ਫਰਕ ਪੈਣ ਲੱਗਾ। ਜੇ ਉਹਨਾਂ ਨਾ ਕੋਈ ਕਸੂਰ, ਕੱਲ ਨੂੰ ਦਾਲ ਚ ਬਰੀ ਹੋ ਕੇ ਆ ਜਾਣਗੇ ਜੀ। ਕੱਲ ਤੱਕ ਤਾਂ ਤੁਸੀਂ ਦੋਸ਼ ਲਾਉਂਦੇ ਸੀ ਮਜੀਠੀ ਦੇ ਵੀ ਤਸਕਰ ਹੈ ਫਲਾਣਾ ਜੀ ਢਿੰਗੜਾ। ਕੱਲ ਨੂੰ ਬਰੀ ਹੋ ਕੇ ਆ ਕੇ ਉਹ ਚੌੜਾ ਕੇ ਤੁਰ ਮੈਨੂੰ ਅਦਾਲਤ ਨੇ ਬਰੀ ਕੀਤਾ। ਬਿਲਕੁਲ, ਮੈਂ ਤਸਕਰ ਕਿੱਥੇ ਆ। ਤੇ ਜੋ ਹਾਈ ਕੋਰਟ ਨੇ ਉੱਥੇ ਵਰਡਿੰਗ ਆ ਉਹਦੇ ਹਿਸਾਬ ਨਾਲ ਬਰੀ ਹੋਣਾ ਹੀ ਹੋਣਾ। ਲੱਗਦੇ ਤਾਂ ਹੀ ਹੈ ਜਿਵੇਂ ਤੁਸੀਂ ਕਮਜ਼ੋਰੀਆਂ ਰੱਖੀਆਂ। ਬਿਲਕੁਲ, ਇਸ ਕਰਕੇ ਕੇਜਰੀ ਗੱਲ ਠੀਕ ਖਾਲਸਾ ਦੀ। ਕੇਜਰੀਵਾਲ ਜਿਹੜੇ ਆ ਉਹ ਵੀ ਚਾਹੁੰਦੇ ਵੀ ਅਕਾਲੀਆਂ ਦਾ ਨਾ ਵਿਗਾੜੀਏ, ਵਿਗਾੜ ਕੇ ਕੀ ਕਰਨਾ ਵਾ, ਇਹਨਾਂ ਨੂੰ ਕੋਈ ਰਹਿਣ ਦਿਓ। 31,000 ਅੱਗੇ ਵੀ ਤੁਹਾਨੂੰ ਪਤਾ ਵੀ ਮਾਫੀ ਮੰਗਣੀ ਪਈ ਸੀ। ਹਾਂਜੀ 31,000 ਕਰੋੜ ਦਾ ਮੁੱਦਾ ਉੱਠਿਆ ਸੀਗਾ। ਕਿਉਂ ਠੱਪ ਕਰਦਾ? ਇਸੇ ਕਰਕੇ ਕਰਦਾ ਵੀ ਉਹ ਅਕਾਲੀਆਂ ਨਾਲ ਜੁੜਦਾ ਵਾ। ਬਾਕੀ ਮੁੱਦੇ ਤੁਸੀਂ ਲੈ ਆਓ, ਲਓ, ਕੋਈ ਗੱਲ ਨਹੀਂ। ਅਸੀਂ ਕਹਿੰਦੇ ਜਿਹੜਾ ਭ੍ਰਸ਼ਟ ਅੰਦਰ ਜਾਣਾ ਚਾਹੀਦਾ, ਪਰ ਪਾਰਦਰਸ਼ੀ ਹੋਣੀ ਚਾਹੀਦੀ ਇਹਦੇ ਵਿੱਚ। ਹੁਣ ਗੁਰਮੀਤ ਸੁੱਧੀ ਨੇ ਕੀ ਨਹੀਂ ਕੀਤਾ। ਗੁਰਮੀਤ ਸੁੱਧੀ ਦੇ 2 ਪਰਚੇ ਹੋਏ ਨੇ, ਜ਼ਮੀਨ ਵੇਚ ਕੇ ਪਹਿਲਾਂ ਫੇਰ ਲੈ ਕੇ ਪੈਸੇ ਉਹਦੇ। ਹਾਂਜੀ 2 ਪਰਚੇ ਹੋਏ ਨੇ ਉੱਤੇ, ਕਿਉਂ ਨਹੀਂ ਗ੍ਰਿਫਤਾਰੀ ਹੋ ਰਹੀ ਉਹਦੀ? ਇਸ ਕਰਕੇ ਇਹ ਤੁਹਾਡੀ ਗੱਲ ਠੀਕ ਹੈ ਵੀ ਇਹਨਾਂ ਸਿਰਫ ਜਿਹੜੀ ਆ ਇਸ ਵੇਲੇ ਲੋਕਾਂ ਦਾ ਧਿਆਨ ਡਾਈਵਰਟ ਕਰਨ ਵਾਸਤੇ ਕਾਂਗਰਸ ਭੜਕਣ ਦਿੰਦੇ, ਉਹ ਖਬਰ ਫਰੰਟ ਤੇ ਛਪ ਜਾਂਦੀ, ਬਾਕੀ ਨੇ ਨਲੈਕੀਆਂ ਅੰਦਰ ਛਪ ਜਾਂਦੀਆਂ ਨੇ। ਇਸ ਕਰਕੇ ਇਹ ਕਰ ਰਹੇ ਨੇ। ਬਿਲਕੁਲ ਇਹਨਾਂ ਦੀ ਲੜਾਈ ਸਿਰਫ ਕਾਂਗਰਸ ਨਾਲ, ਕਾਂਗਰਸ ਮੁਕਤ ਕਰ ਦਿਓ, ਬਾਕੀ ਕੋਈ ਗੱਲ ਨਹੀਂ। ਇਹ ਨਹੀਂ ਪਤਾ ਵੀ ਕਾਂਗਰਸ ਦੀ ਗਾਹ ਕਿਹੋ ਜਿਹੀ ਆਉਣ ਵਾਲੇ ਹਾਲਾਤ ਕਿੱਦਾਂ ਦੇ ਪੈਦਾ ਹੋਣੇ ਆ ਜੀ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇਸ ਵਕਤ ਤੁਸੀਂ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ ਹੋ ਤੇ ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸ਼ੈਟਲ ਏਰੀਆ ਦੇ ਵਿੱਚ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ। ਤੁਸੀਂ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਨਿਊਯਾਰਕ ਜਾਂ ਨਿਊ ਜਰਸੀ ਇੱਧਰ ਕਿਤੇ ਵੀ ਤੁਸੀਂ ਕੈਟਰਿੰਗ ਕਰਾਉਣੀ ਹੈ ਤਾਂ 3475670015 ਦੇ ਉੱਤੇ ਮੰਗੀ ਨਾਲ ਕਾਲ ਕਰ ਲਓ। ਮਾਲਵਾ ਟਰੱਕ ਐਂਡ ਟ੍ਰੇਲਰ ਰਿਪੇਅਰ 10224 ਰੈਜ਼ੀਡੈਂਸੀ ਰੋਡ ਮਨਾਸਸ ਹਾਈਵੇ 66 ਐਗਜ਼ਿਟ 43 ਤੇ ਨੇ। ਇਹਨਾਂ ਕੋਲੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਰੀਫਰ ਖਰਾਬ ਹੋ ਗਿਆ ਜਾਂ ਗੈਸ ਨਿਕਲ ਗਈ ਹੈ, ਗੈਸ ਰੀਫਿਲ ਕਰਾਉਣੀ ਹੈ, ਇੰਜਨ ਰੀਬਿਲਟ ਕਰਾਉਣਾ, DOT ਸੇਫਟੀ, ਡੈਫ ਕਲੀਨਿੰਗ, ਕਹਿਣ ਭਾਵ ਸੈਮੀ ਤੇ ਟ੍ਰੇਲਰ ਦਾ A to Z ਕੰਮ ਕਰਕੇ ਦਿੰਦੇ ਨੇ। 8043728800 ਤੇ ਕਾਲ ਕਰ ਲਓ। ਪੰਜਾਬ ਟਰੱਕ ਐਂਡ ਟ੍ਰੇਲਰ ਰਿਪੇਅਰ 1315 ਵੈਸਟਰਨ ਹਨਾ ਐਵਨਿਊ ਇੰਡੀਅਨੈਪਲਿਸ। ਬਹੁਤ ਮਾਰ ਰਹੇ ਨੇ ਜੀ ਇਹ AC ਵਰਕ ਦੇ ਵਿੱਚ ਤੇ ਇੰਜਨ ਰੀਬਿਲਟ, ਸਸਪੈਂਸ਼ਨ, ਗੇਅਰ, ਕਲੱਚ ਦੇ ਵਿੱਚ ਵਾਕ ਇਨ ਕਰਕੇ ਤੁਸੀਂ ਆਪਦਾ ਆਇਲ ਚੇਂਜ ਕਰਾ ਸਕਦੇ ਹੋ। ਪਰਮਜਾ ਜੱਸੀ ਨਾਲ 3179797205 ਤੇ ਜਾਂ 6612045818 ਦੇ ਉੱਤੇ ਕਾਲ ਕਰ ਲਓ। ਰੇਡੀਓ ਪੰਜਾਬ ਟੂਡੇ ਦਾ ਹਵਾਲਾ ਦਿਓਗੇ, ਤੁਹਾਨੂੰ ਅੱਛਾ ਡਿਸਕਾਊਂਟ ਵੀ ਦਿੱਤਾ ਜਾਏਗਾ। ਕਿਸੇ ਤਰ੍ਹਾਂ ਦੀ ਕੈਟਰਿੰਗ ਕਰਵਾਉਣੀ ਹੈ ਜਾਂ ਤੁਸੀਂ ਡਾਈਨ ਇਨ ਕਰਨਾ ਹੈ ਜਾਂ ਫਿਰ ਬੱਚੇ ਆ ਗਏ ਨੇ, ਤੁਸੀਂ ਬੱਚਿਆਂ ਦਾ ਮਨ ਕੀਤਾ ਇੰਡੀਅਨ ਸਨੈਕਸ ਖਾਣੇ ਆ, ਤਾਂ ਮੱਖਣ ਨਾਗਰਾ ਹੋਰਾਂ ਦਾ ਸਪਾਈਸ ਪਲੇਸ ਇੰਡੀਅਨ ਰੈਸਟੋਰੈਂਟ ਕਦੇ ਨਾ ਭੁੱਲਣਾ। ਲੋਕੇਸ਼ਨ ਹੈ ਜੀ 23609104 ਐਵਨਿਊ ਕੈਂਟ ਦੇ ਵਿੱਚ ਤੇ ਪਿਕਅਪ ਦੇ ਲਈ ਡਾਊਨਟਾਊਨ 1520 ਬਰਾਡਵੇ ਸਿਆਟਲ ਦੇ ਵਿੱਚ 2063531699 ਤੇ ਕਾਲ ਕਰ ਸਕਦੇ ਹੋ। ਦੂਜਾ ਨੰਬਰ ਹੈ 2532467296 ਦੇ ਉੱਤੇ ਕਾਲ ਕਰ ਸਕਦੇ ਹੋ।
ਤੇ ਪੱਟੀ ਸਾਹਿਬ, ਅਗਲੀ ਖਬਰ ਦੇ ਵਿੱਚ ਚਰਚਾ ਆਪਾਂ ਅੱਗੇ ਵਧਾਉਣੀ ਹੈ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਵਿਸ਼ਾ ਜਿਹੜਾ ਸਾਡਾ ਹੈਗਾ ਜੀ, ਜਿਹੜਾ ਕੈਨੇਡਾ ਦੇ ਵਿੱਚ ਬੱਚੇ ਜਿਹੜੇ ਨੇ ਲਗਾਤਾਰ ਲੜਾਈਆਂ ਹੋ ਰਹੀਆਂ ਨੇ, ਹੋਰ ਹੋ ਰਿਹਾ, ਇਹ ਕੌਣ ਹੈ, ਕੀ ਕਾਰਨ ਹੈ, ਇਹਦੇ ਪਿੱਛੇ ਸਾਨੂੰ ਕਿਵੇਂ ਰੋਕਣਾ ਚਾਹੀਦਾ ਹੈ। ਤੁਸੀਂ ਆਪਣੇ ਵਿਚਾਰ ਦੇਣੇ ਨੇ 9216410666 ਤੇ 9814910666 ਤੇ ਤੁਹਾਨੂੰ ਹੁਣ ਕਿਵੇਂ ਕਹੀਏ ਜੀ, ਕੀ ਗੱਲ ਕਹੀਏ, ਕੀ ਕਹਿੰਦੇ ਕਿ ਸ਼੍ਰੋਮਣੀ ਕਮੇਟੀ ਨੂੰ ਆਪਦੇ ਸਮੇਂ ਦੀ ਨਜਾਇਜ਼ ਮਾਈਨਿੰਗ ਵੀ ਭੁੱਲ ਗਈ ਹੈ। ਹੁਣ ਕਹਿੰਦੇ ਕੇਂਦਰੀ ਜਾਂਚ ਦੀ ਏਜੰਸੀ ਕਰੇ ਤੇ ਨਾਲ ਦੀ ਨਾਲ ਕਹਿੰਦੇ ਜੀ ਆ ਜਿਹੜੀ ਸਾਡੀ ਸ਼ਰਾਬ ਪਾਲਿਸੀ ਹੈ ਇਹਦੇ ਉੱਤੇ ਵੀ ਕਿੰਤੂ ਪਰੰਤੂ ਕੀਤਾ। ਵੇਖੋ, ਜਿਹੜੀ ਗੱਲ ਅਕਾਲੀ ਦਲ ਦੀ ਹੈ ਜੀ, ਡਾਕਟਰ ਦਲਜੀਤ ਸਿੰਘ ਚੀਮਾ ਬੜੇ ਪੜ੍ਹੇ ਲਿਖੇ ਤੇ ਸੁਲਝੇ ਹੋਏ ਵਿਅਕਤੀ ਨੇ। ਉਹਨਾਂ ਨੇ ਜਦੋਂ ਹਾਈ ਕੋਰਟ ਨੇ ਗੁਰਦਾਸਪੁਰ ਦੇ ਤੇ ਪਠਾਨਕੋਟ ਦੇ ਵਿੱਚ ਬਕਾਇਦਾ ਤੌਰ ਤੇ ਮਾਈਨਿੰਗ ਤੇ ਪਾਬੰਦੀ ਲਾਈ, ਇੱਥੇ ਕੋਈ ਮਾਈਨਿੰਗ ਨਹੀਂ ਹੋਈ, ਕਿਉਂਕਿ ਜਿਹੜੀ BSF ਉਹ ਐਫੀਡੇਵਿਟ ਦਿੱਤਾ ਉਹਨਾਂ ਹਾਈ ਕੋਰਟ ਦੇ ਵਿੱਚ। ਉਹਨਾਂ ਕਿਹਾ ਜੀ ਵੇਖੋ, ਇਹ ਇੱਥੇ ਮਾਈਨਿੰਗ ਜਿਹੜੀ 3 ਫੁੱਟ ਦੀ ਹੁੰਦੀ, ਇਹ 10 ਫੁੱਟ ਦੀ ਮਾਈਨਿੰਗ ਕਰਦੇ ਤੇ ਆਉਣ ਵਾਲੇ ਸਮੇਂ 'ਚ ਜੇ ਹੜ੍ਹ ਆਏ ਤੇ ਸਾਡੀਆਂ ਚੌਂਕੀਆਂ ਰੁੜ ਜਾਣੀਆਂ, ਸਾਡੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਜਾਊਗਾ, ਇਹਨਾਂ ਨੂੰ ਰੋਕੋ ਜੀ। ਸਰਕਾਰਾਂ ਨਹੀਂ ਰੋਕ ਸਕੀਆਂ। ਹੁਣ ਹਾਈ ਕੋਰਟ ਨੇ ਇੰਨੀ ਗੱਲ ਕਹੀ ਵੀ ਜੇ ਤੁਸੀਂ ਨਹੀਂ ਰੋਕ ਸਕਦੇ ਅਸੀਂ ਬੰਦ ਕਰਦੇ, ਅਸੀਂ ਟੋਟਲੀ ਬੰਦ ਕਰਦੇ। ਪਰ ਮੈਂ ਕਹਿੰਦਾ ਕਿ ਹਾਈ ਕੋਰਟ ਦੇ ਕਹਿਣ ਤੇ ਬੰਦ ਨਹੀਂ ਹੋਣੀ, ਨਾ ਹੋ ਹੀ ਨਹੀਂ ਸਕਦੀ। ਜਾਇਜ਼ ਤਾਂ ਬੰਦ ਹੋ ਜੂ, ਨਜਾਇਜ਼ ਨਹੀਂ ਬੰਦ ਹੁੰਦੀ, ਨਜਾਇਜ਼ ਬੰਦ ਨਹੀਂ ਹੋਣੀ। ਘੜੋਕੇ ਨਹੀਂ ਬੰਦ ਹੋਏ ਜੀ, ਬਾਕੀ ਤਾਂ ਗੱਲਾਂ ਛੱਡੋ। ਤੂੜੀ ਵਾਲੀਆਂ ਟਰਾਲੀਆਂ ਨਹੀਂ ਬੰਦ ਹੋਈਆਂ, ਵੱਡੇ ਟਰੱਕ ਨਹੀਂ ਬੰਦ ਹੋਏ, ਕੀ ਹੋ ਜੂਗਾ ਜਿਹੜੇ ਨਿੱਤ ਮਾਰਦੇ ਲੋਕਾਂ ਨੂੰ, ਓਵਰਲੋਡ। ਬਿਲਕੁਲ ਬਿਲਕੁਲ ਬਿਲਕੁਲ। ਉਹਦੇ ਵਿੱਚ ਉਹ ਕਹਿੰਦੇ ਵੀ ਇਹ ਇੰਨੇ ਫੁੱਟ ਥੱਲੇ ਕਰ ਦਿੰਦੇ, ਉਧਰ ਪਾਣੀ ਭਰ ਗਿਆ ਤੇ ਮੁੜ ਕੇ ਸਾਡੀਆਂ ਚੌਂਕੀਆਂ ਵਾਲੇ ਪਾਸੇ ਚੌਂਕੀਆਂ ਟੁੱਟ ਜਾਣਗੀਆਂ, ਕਿਹੜੇ ਪਾਸੇ ਜਾਣਾ ਮੁੜ ਕੇ। ਹਾਲ ਦੀ ਘੜੀ ਟੈਂਪਰੇਰੀ ਤੌਰ ਤੇ ਉਹਨਾਂ ਨੇ ਜਿਹੜੀ ਸੀ ਰੋਕ ਲਾਤੀ। ਤੁਹਾਨੂੰ ਪਤਾ ਹੋਏਗਾ ਇੱਕ ਜਿਹੜਾ ਉਹ ਨਦੀ ਸਵਾ ਨਦੀ ਕਿਹੜੀ ਆ, ਉਹਦੇ ਤੇ ਪੁਲ ਬਣਿਆ ਸੀ ਜਿਹੜਾ, ਉਹ ਪੁਲ ਦੇ ਉੱਤੇ ਤੁਹਾਨੂੰ ਪਤਾ ਚੱਕੀ ਪੁਲ ਕਹਿੰਦੇ ਜਿਹੜਾ, ਉਹ ਵੀ ਰੁੜ ਗਿਆ ਸੀਗਾ, ਜਿਹੜਾ ਜੰਮੂ ਹਿਮਾਚਲ ਰੇਲਵੇ ਪੁਲ ਇੱਕ ਰੋਡ ਡਿੱਗ ਪਿਆ ਨਾ। ਚਲੋ ਗੱਡੀਆਂ ਬੰਦ ਹੋ ਗਈਆਂ, ਉਹਦੇ ਤੇ ਕਿੰਨਾ ਖਰਚਾ ਆਉਣਾ ਨਹੀਂ ਪਤਾ। ਇਹਨਾਂ ਦੇ ਪੁਲ ਜਿਹੜੇ ਉਹ ਡਿੱਗ ਤੇ ਬਾਕੀ ਵੀ ਰਹਿ ਗਿਆ। ਤੁਹਾਨੂੰ ਪਤਾ ਹੋਏਗਾ ਵੀ ਇਹ ਥੱਲਿਓ ਜਿਹੜੀ ਸੀ ਉਹ ਤੋੜ ਕੇ ਨਾ, ਆਪਣੀਆਂ ਪਹਾੜ ਤੋੜ ਕੇ ਤੇ ਬਜਰੀ ਬਣ ਜਾਂਦੇ ਸੀ। ਉਹ ਫਿਰ ਪਿੰਡ ਵਾਲੇ ਇਕੱਠੇ ਹੋ ਕੇ ਕਿ ਭਾਈ ਥੱਲੇ ਤੋੜੀ ਜਾਂਦੇ, ਸਾਡਾ ਪਿੰਡ ਤੋਂ ਡਿੱਗਣਾ ਥੱਲੇ। ਫਿਰ ਉਹਨਾਂ ਰੌਲਾ ਪਾ ਕੇ ਰਖਾਇਆ ਇਹਨਾਂ ਨੂੰ, ਲੋਕਾਂ ਨੂੰ ਪੈਸੇ ਨਾਲ ਕਿਸੇ ਨਾ ਕੋਈ ਗੱਡੀ ਲੋਕੀ ਮਰਦੇ ਤੇ ਬਜਕ ਮਰ ਜਾਣ। ਹੁਣ ਇਹਦੇ ਵਿੱਚ ਇਹਨਾਂ ਨੇ ਇੰਨੀ ਗਲਤੀ, ਡਾਕਟਰ ਦਲਜੀਤ ਸਿੰਘ ਚੀਮਾ ਕਹਿੰਦੇ ਆ ਵੀ ਇਹਦੀ ਜਿਹੜੀ ਜਾਂਚ, ਅਸੀਂ ਪਹਿਲਾਂ ਵੀ ਕਿਹਾ ਵੀ ਤੁਹਾਡੀ ਨਾ ਵਿਜੀਲੈਂਸ ਦਾ ਰੋਗ, ਨਾ ਕਿਸੇ ਉਹਦੇ ਵਾਸਤੇ ਰੋਗ, ਇਹ CBI ਤੋਂ ਜਾਂ ਕੇਂਦਰੀ ਕਿਸੇ ਏਜੰਸੀ ਤੋਂ ਕਰਾਈ ਜਾਵੇ। ਕੇਂਦਰੀ ਏਜੰਸੀ ਤੋਂ ਕਰਾਓਗੇ ਤੇ ਸੱਚਾਈ ਸਾਹਮਣੇ ਆ ਜਾਏਗੀ। ਅਸੀਂ ਇਹ ਗੱਲ ਕਹਿੰਦੇ ਡਾਕਟਰ ਚੀਮਾ ਸਾਹਿਬ ਨਾਲ ਇੱਕ ਗੱਲ ਹੋਰ ਕਹਿ ਦਿਓ ਜੀ, ਵੀ ਕੱਲੀ ਇਸ ਟਨਿਓਰ ਦੀ ਨਹੀਂ, ਪਿਛਲੇ 20 ਸਾਲ ਦੀ ਸਾਰੀ ਕਰਵਾਈ ਜਾਵੇ। ਪਤਾ ਲੱਗ ਜੂ ਵੀ ਕਿਹਦੇ ਟਾਈਮ ਦੇ ਉੱਤੇ ਜਿਹੜੀ ਮੇਰੇ ਵਾਲੀ ਪਈ ਹੈ ਜੀ, ਆਪਣੇ ਮਾਈਨਿੰਗ ਵਾਲੀ 10-11 ਚ ਕੀਤੀ, 11 ਚ ਕੀਤੀ ਸੀ ਮੈਂ, 11 ਜੀ ਉਹ ਕਰਾ ਦਿਓ ਤੁਸੀਂ। ਉਹਦੇ ਪਤਾ ਲੱਗ ਜੂਗਾ ਵੀ ਸ਼ੁਰੂ ਮਾਈਨਿੰਗ ਕਿਹਨੇ, ਨਜਾਇਜ਼ ਮਾਈਨਿੰਗ ਕਿਹਨੇ ਸ਼ੁਰੂ ਕੀਤੀ ਸੀ, ਕਿਹਨੇ ਗੁੰਡਾਗਰਦੀ ਕੀਤੀ ਸੀ, ਕਿਹਨੇ ਉੱਥੇ ਬੰਦੇ ਮਾਰੇ ਸੀ, ਕਿਹਨੇ, ਸਭ ਕੁਝ ਸਾਹਮਣੇ ਆ ਜੂਗਾ। ਇਹ ਮਤ ਕਹੋ ਜੀ ਹੁਣ ਤੁਸੀਂ ਉੱਥੇ CBI ਦੀ ਕਰਾ ਦਿਓ ਜੀ ਤੁਸੀਂ। ਬਕਾਇਦਾ ਤੌਰ ਤੇ ਹਰਜੋਤ ਸਿੰਘ ਬੈਂਸ ਜਿਹੜੇ ਨੇ ਉਹ ਹੱਥ ਖੜੇ ਕਰ ਚੁੱਕੇ ਜੀ। ਉਹ ਕਹਿੰਦੇ ਸਿਹਲਾਂ ਦੇ ਵਿੱਚ ਮੈਂ ਸੁਧਾਰ ਕਰ ਰਿਹਾ, ਲੇਕਿਨ ਜੇ ਮੈਂ ਕਹਿ ਰਿਹਾ ਸੀ ਬਿਲਕੁਲ ਸੁਧਾਰ ਕਰਤਾ, ਬਿਲਕੁਲ ਗਲਤ ਗੱਲ। ਉੱਥੇ ਮੋਬਾਈਲ ਅੱਜ ਵੀ ਵਰਤੇ ਜਾਂਦੇ ਆ, ਅਸੀਂ ਨਹੀਂ ਨਾ ਕਰਦੇ, ਨਹੀਂ ਵਰਤੇ ਜਾਂਦੇ, ਅਸੀਂ ਕੋਸ਼ਿਸ਼ ਕਰ ਰਹੇ ਬੰਦ ਕਰਨ ਦੀ। ਲੇਕਿਨ ਜਿਹੜੇ ਅੱਗੇ ਉੱਥੇ ਗੈਂਗਸਟਰ ਨੂੰ ਪੀਜੇ ਜਾਂਦੇ ਸੀ ਉਹ ਅਸੀਂ ਬੰਦ ਕਰ ਦਿੱਤੇ ਆ। ਇਸੇ ਤਰ੍ਹਾਂ ਮਾਈਨਿੰਗ ਦੀ ਗੱਲ ਕੀਤੀ, ਅਸੀਂ ਕੋਸ਼ਿਸ਼ ਕਰ ਰਹੇ ਹਾਂ। ਸਾਨੂੰ ਪਤਾ ਵੀ ਇੱਕ ਬੜਾ ਤਕੜਾ ਇਹਨਾਂ ਦੀ ਜਿਹੜੀ ਨਾ, ਇਹ ਜਿਹੜੀ ਲੌਬੀ ਆ, ਮਾਈਨਿੰਗ ਲੌਬੀ ਦੀ ਜਿਹੜੀ ਆ, ਵਿਧਾਨ ਪਾਲਿਕਾ ਦੇ ਵਿੱਚ, ਕਾਰਜਪਾਲਿਕਾ ਦੇ ਵਿੱਚ, ਨਿਆਂਪਾਲਿਕਾ ਚ ਆਪਣੇ ਸੈੱਲ ਹੈਗੇ ਜੀ। ਇਹ ਪੈਸੇ ਬੜੇ ਜਾਂਦੇ ਇਹਨਾਂ ਦੇ, ਤੇ ਮੀਡੀਆ ਤੇ ਗੱਲ ਹੀ ਕੋਈ ਨਾ, ਉਹ ਤੇ ਲਗਭਗ ਕਹਾਣੀ ਖਤਮ ਹੈ। ਮੀਡੀਆ ਨੂੰ ਕੌਣ ਠਾਣੀਆਂ ਦਿੰਦਾ ਜਦੋਂ ਉੱਤੇ? ਤੁਹਾਡੇ ਸਾਹਮਣੇ ਜਗਦੀਪ ਮਲਹੋਤਰੇ ਦਾ ਕੀ ਹੋਇਆ, ਪਤਾ ਹੀ ਹੈ ਜੀ। ਸੁਰਿੰਦਰ ਕਾਲੀ SSP ਦਾ ਕੀ ਹੋਇਆ, ਅਗਲੇ ਗੱਡੀ ਪਲਟਾਤੀ, ਮਲਹੋਤਰੀ ਦੀ ਡੈਥ ਹੋ ਗਈ ਤੇ ਸੁਰਿੰਦਰ ਕਾਲੀਆ ਅੱਜ ਵੀ ਵਿਚਾਰਾ ਵਿੰਗਾ ਜਿਹਾ ਗੁੱਟਦਾ। ਬਿਲਕੁਲ। ਇਸ ਕਰਕੇ ਇਹ ਲੌਬੀ ਬੜੀ ਸਟਰੋਂਗ ਹੈ, ਇਹਨਾਂ ਲੜਨਾ ਬੜਾ ਔਖਾ ਵਾ। ਲੇਕਿਨ ਹਾਲ ਦੀ ਘੜੀ ਭਾਵੇਂ ਸੁਪਰੀਮ ਕੋਰਟ ਨੇ ਰੋਕ ਲਗਾਤੀ, ਹੁਣ ਤੁਸੀਂ ਡਾਕਟਰ ਸਾਹਿਬ ਕਹਿੰਦੇ ਹੋ ਠੀਕ ਆ, ਲੇਕਿਨ ਅਸੀਂ ਕਹਿੰਦੇ ਪਿਛਲੇ 20 ਸਾਲ ਤੋਂ ਕਰਾਓ ਤੁਸੀਂ, ਚੰਗੀ ਗੱਲ ਆ, ਸਾਰੇ ਪਤਾ ਲੱਗ ਜੂ ਕਿੱਥੇ ਕਿੱਥੇ ਕੀ ਤੇ ਕਿੰਨੇ ਕੀ ਕੁਛ ਕੀਤਾ। ਦੂਸਰੀ ਚੀਜ਼ ਤੁਸੀਂ ਕੀਤੀ ਆਬਕਾਰੀ ਦੀ ਗੱਲ ਇਹਨਾਂ ਨੇ ਜੀ, ਇਹ ਕਹਿੰਦੇ ਜੀ ਭਲਕੇ ਸਾਡਾ ਇੱਕ ਵਫਦ ਜਿਹੜਾ ਵਾ ਬਕਾਇਦਾ ਤੌਰ ਤੇ ਪੰਜਾਬ ਨੂੰ ਰਾਜਪਾਲ ਨੂੰ ਮਿਲੇਗਾ।
L1 ਦੇ ਤਹਿਤ ਜਿਹੜੇ ਜਿਸ ਤਰੀਕੇ ਇਹਨਾਂ ਨੇ ਐਤਕੀ ਠੇਕੇ ਦਿੱਤੇ ਨੇ, ਇੱਕ ਕੁਝ ਬੰਦਿਆਂ ਨੂੰ ਫਾਇਦਾ ਪਹੁੰਚਾਇਆ ਵਾ ਜੀ, ਉਹਦੇ ਹਿਸਾਬ ਨਾਲ ਅਸੀਂ ਸਾਰੀ ਗੱਲ ਦੱਸਾਂਗੇ ਤੇ ਇਹਦੀ ਜਾਂਚ ਦੀ ਗੱਲ ਕਰਾਂਗੇ ਉਹਦੇ ਨਾਲ। ਇਹ 'ਚ ਘਪਲੇਬਾਜ਼ੀ ਉਹਦਾ ਮੰਗ ਪੱਤਰ ਦਿਆਂਗੇ ਅਸੀਂ ਜੀ। ਚੰਗੀ ਬਾਤ ਗੱਲ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਿਓ, ਲੇਕਿਨ ਜਿਹੜੀ ਪਾਲਿਸੀ ਉਹਦੇ ਵਿੱਚੋਂ ਤਾਮਿਲਨਾਡੂ ਚ ਲੈ ਕੇ ਆਏ ਸੀ ਸਿੱਧੂ ਸਾਹਿਬ ਕਿ ਠੇਕੇ ਸਰਕਾਰ ਦੇ ਹੋਣ ਤੇ 40,000 ਬੰਦੇ ਨੂੰ ਰੁਜ਼ਗਾਰ ਵੀ ਮਿਲ ਜੂਗਾ ਜੀ, ਸ਼ਰਾਬ ਦੀ ਛੱਤੀ ਮਿਲ ਜੂਗੀ, ਅਸਲੀ ਮਿਲ ਜੂਗੀ। ਕੈਪਟਨ ਅਮਰਿੰਦਰ ਸਿੰਘ ਦੇ ਟਾਈਮ ਤੇ 3 ਤੇ 4 ਨਜਾਇਜ਼ ਡਿਸਟਿਲਰੀਆਂ ਫੜੀਆਂ ਗਈਆਂ। ਸਿਰਫ ਜਿਹੜੇ 5-5 ਹਜ਼ਾਰ ਤੇ ਜਿਹੜੇ ਇੱਥੇ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਉਹਨਾਂ ਨੂੰ ਅਸੀਂ ਪਰਚੇ ਦੇ ਕੰਦਰ ਦੇ ਦਿੱਤੇ, ਮਾਲਕਾਂ ਨੂੰ ਕਿਸੇ ਪੁੱਛਿਆ ਹੀ ਨਹੀਂ। ਮੀਡੀਆ ਰੌਲਾ ਪੈਂਦਾ ਰਿਹਾ, ਸੋਸ਼ਲ ਮੀਡੀਆ ਤੋਂ ਫਲਾਣਾ MLA ਸ਼ਾਮਲ ਹੈ, ਢਿੰਗੜਾ MLA ਸ਼ਾਮਲ, ਕਿਤੇ ਕੋਈ ਕਾਰਵਾਈ ਨਹੀਂ ਕੀਤੀ। ਉਲਟਾ ਉਹਨਾਂ ਪੱਤਰਕਾਰਾਂ ਨੂੰ ਧਮਕੀਆਂ ਦਿੱਤੀਆਂ ਕਿ ਤੁਸੀਂ ਬੰਦੇ ਦੇ ਪੁੱਤ ਬਣਦੇ ਕਿ ਨਹੀਂ ਬਣਦੇ। ਇਸੇ ਕਰਕੇ ਇਹ ਢਾਂਚਾ ਬਿਲਕੁਲ ਵਿਗੜਿਆ ਪਿਆ ਵਾ। ਇਹਨੂੰ ਸੁਧਾਰਨ ਵਾਸਤੇ ਇੱਕ ਬੜੀ ਵੱਡੀ ਨੀਤੀ ਦੀ ਲੋੜ ਆ, ਬੜੀ ਪਾਲਿਸੀ ਦੀ ਲੋੜ ਆ, ਅਦਰਵਾਈਜ਼ ਕੱਖ ਨਹੀਂ ਹੋਣਾ। ਕਿਉਂ ਪਿਛਲੇ ਹੁਣ ਲਗਭਗ 6 ਮਹੀਨੇ ਹੋ ਚੱਲੇ ਆ ਜੀ, 6 ਮਹੀਨੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦਾ ਕੋਈ ਰੋਡ ਮੈਪ ਨਹੀਂ ਬਣਾ ਸਕੀ ਕਿਸੇ ਪਾਸੇ। ਆਪ ਦਾ ਹੀ ਨਹੀਂ ਬਣਿਆ ਜੀ, ਪੰਜਾਬ ਦਾ ਕੀ ਬਣਾਉਣਾ ਹੈ? ਇਹ ਵੀ ਗੱਲ ਠੀਕ ਆ, ਆਪ ਦਾ ਹੀ ਬਣਾ ਲੈਣ। ਜਿਹੜੀਆਂ ਗੱਲਾਂ ਕਹੀਆਂ ਸੀ VIP ਕਲਚਰ ਖਤਮ ਕਰਾਂਗੇ, ਹੋਰ ਕਰਾਂਗੇ, ਉਹਨਾਂ ਹੀ ਸੰਭਾਲ ਲੈਣ। ਜੀ 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 ਜੀ। ਹੁਣ ਵੇਖੋ ਭਗਵੰਤ ਮਾਨ ਨੇ ਇੱਕ ਡਾਕਟਰ ਨਾਲ ਸ਼ਾਦੀ ਕਰਾਈ, ਅਸੀਂ ਡਾਕਟਰ ਸਾਹਿਬ ਨੂੰ ਪੁੱਛਣ, ਡਾਕਟਰ ਸਾਹਿਬ ਤੇ ਪੰਜਾਬ ਵਾਸਤੇ ਤੁਸੀਂ ਕੀ ਪਾਲਿਸੀ ਬਣਾਈ ਹੈ, ਕੀ ਠੀਕ ਕਰਨ ਵਾਸਤੇ ਕੀ ਤੁਸੀਂ ਲੈ ਕੇ? ਹਰਿਆਣੇ ਬਾਰੇ ਸੋਚਣਗੇ ਜੀ, ਬਿਲਕੁਲ ਸੋਚ ਰਹੇ ਨੇ। ਜੇ ਉਹਨਾਂ ਦੇ ਕਹਿਣ ਦੇ ਉੱਤੇ ਹਰਿਆਣੇ ਨੂੰ ਸਾਡਾ ਹਵਾਈ ਜਹਾਜ਼ ਹੈਲੀਕਾਪਟਰ ਵਗਵਾ ਮਿਲ ਸਕਦਾ ਤੇ ਬਾਕੀ ਕਿਹੜੀ ਗੱਲ ਰਹੇਗੀ? ਸੋ ਧੰਨਵਾਦ ਜੀ ਤੁਹਾਡਾ ਭੱਟੀ ਸਾਹਿਬ, ਮਿਹਰਬਾਨੀ। ਸੋ ਤੁਸੀਂ ਵਧੀਆ ਘਰ ਬਣਾਉਣਾ ਜੀ ਜਾਂ ਰੈਨੋਵੇਸ਼ਨ ਕਰਾਉਣੀ ਹੈ, ਕੋਈ ਐਡੀਸ਼ਨ ਕਰਾਉਣੀ ਹੈ ਤਾਂ ਵਾਸ਼ਿੰਗਟਨ ਸਟੇਟ ਦੇ ਵਿੱਚ ਗੁਰਿੰਦਰ ਗਰੇਵਾਲ ਕੰਸਟਰਕਸ਼ਨਸ ਵਾਲਿਆਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। 20694154 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਸੋ ਅੱਜ ਦਾ ਖਾਸ ਮੁੱਦਾ, ਕਾਲਸ ਜਿਹੜੀਆਂ ਮੈਂ ਤੁਹਾਡੀਆਂ ਲੈਣੀਆਂ ਪਸੰਦ ਕਰਾਂਗਾ। ਵੈਲਕਮ ਹੈ ਜੀ, ਤੁਸੀਂ ਆਪਣੇ ਵਿਚਾਰ ਦਿਓ। ਅਸੀਂ ਆਪਣਾ ਦੇਸ਼ ਛੱਡ ਪਰਦੇਸੀ ਹੋਏ, ਸਾਨੂੰ ਉੱਥੇ ਬਹੁਤ ਕੁਝ ਝੱਲਣਾ ਪਿਆ। ਲੇਟੈਸਟ ਵੀਡੀਓ ਸਾਨੂੰ ਅਮਰੀਕਾ ਦੀ ਵੀ ਦੇਖਣ ਨੂੰ ਮਿਲ ਰਹੀ ਹੈ, ਜਿੱਥੇ ਇੱਕ ਲੇਡੀ ਕਹਿੰਦੀ ਹੈ ਯੂ ਇੰਡੀਅਨਸ ਗੋ ਬੈਕ, ਲੇਡੀਜ਼ ਦੇ ਉੱਤੇ ਹਮਲਾ ਕਰਦੀ ਹੈ। ਰੇਸਿਜ਼ਮ ਦਾ ਸਾਹਮਣਾ ਸਾਨੂੰ ਕਰਨਾ ਪੈ ਰਿਹਾ, ਪਰ ਉੱਥੇ ਜਾ ਕੇ ਵੀ ਅਸੀਂ ਸੁਧਰਦੇ ਕਿਉਂ ਨਹੀਂ? ਉੱਥੇ ਜਾ ਕੇ ਵੀ ਜਿਹੜਾ ਅਸੀਂ ਆਪਣੇ ਆਪ ਕਰਜ਼ੇ ਦੇ ਥੱਲੇ ਆਪਣੇ ਆਪ ਨੂੰ ਦੱਬ ਰਹੇ ਹਾਂ। ਬੱਚੇ ਪੜ੍ਹਨ ਜਾਂਦੇ ਨੇ, ਲੜਾਈਆਂ ਪੜਾਈਆਂ ਕਰਦੇ ਨੇ, ਬੁਰਾ ਹਾਲ ਹੈ। ਕਿਰਪਾਨਾਂ ਚੱਲਦੀਆਂ, ਇੱਕ ਤਾਜ਼ਾ ਕਿਰਪਾਨ ਚੱਲੀ, ਉਹਦੀ ਬਾਂਹ ਵੱਢੀ ਗਈ, ਜ਼ਖਮ ਹੋਏ। ਇਹ ਕਿਉਂ ਹੋ ਰਿਹਾ ਸਭ? ਇਹਦੇ ਪਿੱਛੇ ਕੌਣ ਨੇ? ਵਿਗੜੀਆਂ ਔਲਾਦਾਂ, ਜਿਹਨਾਂ ਮਾਂ-ਬਾਪ ਕੋਲੇ ਅੰਨਾ ਪੈਸਾ ਹੈ, 2 ਨੰਬਰ ਦਾ ਪੈਸਾ ਹੈ, ਅਤੇ ਉਹ ਪੜ੍ਹਨ ਵਾਲੇ ਜਿਹੜੇ ਪੜ੍ਹੇ ਬੱਚੇ ਨੇ, ਲੋੜਵੰਦ ਬੱਚੇ ਨੇ, ਉਹਨਾਂ ਦੇ ਲਈ ਵੀ ਬਹੁਤ ਵੱਡਾ ਅੜਿੱਕਾ ਬਣਦੇ ਨੇ। ਸੋ ਇਸ ਤਮਾਮ ਮਾਮਲੇ ਦੇ ਉੱਤੇ ਗੱਲਬਾਤ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ, ਅਤੇ ਫਿਰ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰਾਂ ਦੇ ਨਾਲ ਅੱਗੇ ਚੱਲਾਂਗੇ। ਸੋ ਜੁੜੇ ਰਹੋ।